जीते पंच विकार तिन संतन को बंदना सिर चरणन पर तार एक अंकार सतगुरु तिह प्रसाद सच होए। वाहिगुरु जी की फतेह। विघ्न विनाशन सोए। वाहिगुरु जी की फतेह। विघ्न विनाशन सोए। सतनाम श्री वाहिगुरु साहिब जी। दोहरा 15 सत खट 20 सै। जन्म गुरु महाराज 17 संमत शित रहे। अनेक गरीब निवाज 15 सत खट 20 सै। वाहिगुरु जी का खालसा वाहिगुरु जी की फतेह। परम सन्मान योग गुरु की साजी नवाजी होई साध संगत जीओ। धन धन सतगुरु श्री गुरु ग्रंथ साहिब जी महाराज पातशाह जी की किरपा बख्शिश रहमतां दा सदका गुरुद्वारा मंजी साहिब दीवान खाल विखे सजे हुए सुंदर दीवाना दियां हाजरियां भरदियां रागी ਸਿੰਘਾਂ ਦੀ ਰਸਨਾ ਤੋਂ ਧੁਰਕੀ ਬਾਣੀ ਦਾ ਖਰਜਸ ਕੀਰਤਨ ਸਰਵਣ ਕਰ ਰਹੇ ਸਤ ਸੰਗੀ ਜਨੋ। ਸਾਹਿਬ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ। ਵਡਮੁੱਲਾ ਸਮਾਂ ਸਾਡੇ ਕਲਯੁਗੀ ਜੀਵਾਂ ਤਾਈਂ ਪ੍ਰਦਾਨ ਕੀਤਾ ਹੈ। ਸਤਿਗੁਰਾਂ ਦੇ ਪਾਵਨ ਗੁਰਬਾਣੀ ਦਾ ਖਰਜਸ ਕੀਰਤਨ ਸਰਵਣ ਕਰਦਿਆਂ ਆਪਣੇ ਜੀਵਨ ਕਾਲ ਦੀਆਂ ਘੜੀਆਂ ਨੂੰ ਸਫਲਿਆਂ ਬਣਾਇਆ ਹੈ। ਇਹਨਾਂ ਮਹਾਨ ਪਵਿੱਤਰ ਅਸਥਾਨਾਂ ਦੀ ਮਰਿਆਦਾ ਅਨੁਸਾਰ ਹਰ ਰੋਜ਼ ਹੀ ਸ਼ਾਮ ਦੇ ਪਹਿਰ ਦੇ ਸਜੇ ਹੋਏ ਸੁੰਦਰ ਦੀਵਾਨ ਲੜੀਵਾਰ ਗੁਰੂ ਕੇ ਪਾਵਨ ਇਤਿਹਾਸ ਦੀ ਕਥਾ ਵਿਚਾਰ ਆਪਾਂ ਸਰਵਣ ਕਰਦੇ ਹਾਂ। ਜਿਸ ਤਰ੍ਹਾਂ ਕੱਲ੍ਹ ਦੇ ਦੀਵਾਨ ਅੰਦਰ ਸਰਵਣ ਕੀਤਾ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਗੁਰਾਂ ਦੇ ਵੱਡੇ ਸਪੁੱਤਰ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਉਮਰ ਕਰਕੇ ਇਤਿਹਾਸ ਵਿੱਚ ਜ਼ਿਕਰ ਆਇਆ ਹੈ ਕਿ ਉਹ ਸਰੀਰ ਕਰਕੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੱਕ ਰਹੇ। ਜਹਾਂਗੀਰ ਬਾਦਸ਼ਾਹ ਨੇ ਇਹਨਾਂ ਦੀ ਬਾਬਤ ਬਹੁਤ ਕੁਝ ਸੁਣਿਆ। ਸੰਗਤਾਂ ਦੇ ਪਾਸੋਂ ਲੋਕਾਂ ਦੇ ਪਾਸੋਂ ਬੜਾ ਹਰ ਜਸ ਇਹਨਾਂ ਦਾ ਸੁਣਿਆ ਹੈ ਕਿ ਬੜੀਆਂ ਕਰਾਮਾਤਾਂ ਵਾਲੇ ਨੇ ਔਰ ਬ੍ਰਹਮ ਅਵਸਥਾ ਦੇ ਵਿੱਚ ਰਹਿੰਦੇ ਨੇ। ਪਰਮੇਸ਼ਰ ਦੇ ਨਾਲ ਇੱਕਮਿਕ ਨੇ ਭਜਨ ਬੰਦਗੀ ਕਰਦਿਆਂ ਆਪਣਾ ਜੀਵਨ ਬਤੀਤ ਕਰ ਰਹੇ ਨੇ। ਜਹਾਂਗੀਰ ਬਾਦਸ਼ਾਹ ਨੇ ਕਈ ਵਾਰ ਕਰਾਮਾਤ ਵੇਖਣ ਵਾਸਤੇ ਸ਼ਕਤੀਆਂ ਵੇਖਣ ਦੇ ਲਈ ਆਪਣੇ ਸਿਪਾਹੀਆਂ ਨੂੰ ਮਨੁੱਖਾਂ ਨੂੰ ਭੇਜਣਾ ਕਰਨਾ
ਕਿ ਤੁਸੀਂ ਜਾ ਕਰਕੇ ਬਾਬਾ ਸ੍ਰੀ ਚੰਦ ਜੀ ਨੂੰ ਬੇਨਤੀ ਕਰੋ ਕਿ ਮੈਨੂੰ ਆਣ ਕੇ ਦਰਸ਼ਨ ਦੇਣ। ਸੋ ਇਸ ਤਰ੍ਹਾਂ ਜਦੋਂ ਵਾਰ-ਵਾਰ ਇਹਦੇ ਸੁਨੇਹੇ ਆਉਂਦੇ ਰਹੇ ਤੇ ਧੰਨ ਬਾਬਾ ਸ੍ਰੀ ਚੰਦ ਜੀ ਉਹ ਜਦੋਂ ਵੀ ਕਿਤੇ ਇੱਕ ਥਾਂ ਤੋਂ ਦੂਸਰੇ ਥਾਂ 'ਤੇ ਜਾਣਾ ਤੇ ਭਾਈ ਗੋਦੜੀਆ ਜੀ ਮਹਾਨ ਮਹਾਂਪੁਰਖ ਬ੍ਰਹਮ ਗਿਆਨੀ ਤਤ ਬੇਤੇ ਬਾਬਾ ਸ੍ਰੀ ਚੰਦ ਜੀ ਦੇ ਉਹ ਸੇਵਾਦਾਰ ਸਨ। ਸੋ ਭਾਈ ਗੋਦੜੀਆ ਜੀ ਉਹਨਾਂ ਦੇ ਮੋਢੇ 'ਤੇ ਸਵਾਰੀ ਕਰਨੀ, ਉਹਨਾਂ ਨੇ ਇੱਕ ਥਾਂ ਤੋਂ ਦੂਸਰੇ ਥਾਂ 'ਤੇ ਲੈ ਕਰਕੇ ਜਾਣਾ। ਭਾਈ ਗੋਦੜੀਆ ਜੀ ਦੇ ਮੋਢਿਆਂ ਦੀ ਸਵਾਰੀ ਕਰਕੇ ਜਦੋਂ ਲਾਹੌਰ ਪਹੁੰਚੇ, ਜਾ ਕਰਕੇ ਜਹਾਂਗੀਰ ਬਾਦਸ਼ਾਹ ਦੇ ਕੋਲ ਪਹੁੰਚਣਾ ਕੀਤਾ। ਇੱਕ ਰਾਤ ਪਹਿਲਾਂ ਪੜਾਅ ਕੀਤਾ, ਆਪਣੇ ਤਨ ਤੋਂ ਗੋਦੜੀ ਲਾਹ ਕਰਕੇ ਪਾਸੇ ਰੱਖ ਦਿੱਤੀ। ਜਦੋਂ ਗੋਦੜੀ ਇੱਧਰ ਉੱਧਰ ਹਿੱਲੇ, ਬੜੇ ਜ਼ੋਰ ਨਾਲ ਅੰਗੜਾਈਆਂ ਲਵੇ, ਕਦੇ ਧਰਤੀ ਤੋਂ ਉੱਪਰ ਜਾਵੇ, ਕਦੇ ਥੱਲੇ ਪੈ ਜਾਵੇ, ਜਿਸ ਤਰ੍ਹਾਂ ਕੋਈ ਪੰਛੀ ਵਿੱਚ ਬੰਨ੍ਹ ਕਰਕੇ ਛੱਡਿਆ ਹੁੰਦਾ, ਇਸ ਤਰ੍ਹਾਂ ਹੱਥ ਪੈਰ ਉਹ ਗੋਦੜੀ ਜਿਵੇਂ ਮਾਰੇ। ਜਹਾਂਗੀਰ ਬਾਦਸ਼ਾਹ ਨੇ ਬੇਨਤੀ ਕਰਨੀ, ਮਹਾਰਾਜ ਇਹਦੇ ਵਿੱਚ ਕੀ ਤਾੜਿਆ ਹੋਇਆ, ਕੀ ਕੈਦ ਕੀਤਾ ਹੋਇਆ, ਕਿਰਪਾ ਕਰਕੇ ਮੈਨੂੰ ਵਿਖਾਓ। ਧੰਨ ਬਾਬਾ ਸ੍ਰੀ ਚੰਦ ਜੀ ਉਹਨਾਂ ਬਚਨ ਕਰਨੇ ਵੀ ਸਾਧੂ ਜਿਹੜੇ ਰੱਬ ਦੇ ਪਿਆਰੇ ਹੁੰਦੇ, ਇਹਨਾਂ ਦਾ ਅੰਤ ਨਹੀਂ ਲਈਦਾ। ਸੋ ਵਾਰ-ਵਾਰ ਕਹਿਣ 'ਤੇ ਜਦੋਂ ਕਹਿਣਾ ਕੀਤਾ ਬਾਬਾ ਸ੍ਰੀ ਚੰਦ ਜੀਆਂ ਕਿ ਭਾਈ ਤੂੰ ਆਪਣੇ ਤੇਜ ਪ੍ਰਤਾਪ ਦੇ ਸਹਿਤ ਗੋਦੜੀ ਦੇ ਵਿੱਚੋਂ ਬਾਹਰ ਆ, ਤੇ ਬਾਹਰ ਆਣ ਕਰਕੇ ਜਹਾਂਗੀਰ ਬਾਦਸ਼ਾਹ ਨੂੰ ਆਪਣਾ ਤੇਜ ਪ੍ਰਤਾਪ ਵਿਖਾ। ਬਾਬਾ ਜੀ ਦੇ ਇਸ ਤਰ੍ਹਾਂ ਬਚਨ ਕਰਨ ਦੇ ਨਾਲ ਜਹਾਂਗੀਰ ਬਾਦਸ਼ਾਹ ਨੂੰ ਤਾਪ ਨੇ ਆਣ ਕਰਕੇ ਘੇਰ ਲਿਆ। ਜਿਹੜਾ ਮੂੰਹ ਸੀ ਉਹ ਸੁੱਕਣਾ ਸ਼ੁਰੂ ਹੋ ਗਿਆ, ਸਿਰ ਪੀੜ ਹੋਈ ਜਾਵੇ, ਖੱਡਾਂ ਦੇ ਵਿੱਚੋਂ ਪੀੜਾਂ ਸ਼ੁਰੂ ਹੋ ਗਈਆਂ। ਸੋ ਅੱਖਾਂ ਅੱਗੇ ਚਾਰ ਚੁਫੇਰੇ ਹਨੇਰ ਹੀ ਹਨੇਰ ਜਾਪੇ। ਬੇਨਤੀਆਂ ਕਰਨ ਲੱਗਾ, ਮਹਾਂਪੁਰਖੋ ਜਿਵੇਂ ਵੀ ਕਿਵੇਂ ਹੈ ਮੇਰੀ ਰੱਖਿਆ ਕਰੋ, ਮੈਨੂੰ ਇਹਦੇ ਤੋਂ ਬਚਾ ਲੈਣਾ ਕਰੋ, ਨਹੀਂ ਤਾਂ ਇਸ ਤਰ੍ਹਾਂ ਲੱਗਦਾ ਹੈ ਵੀ ਜਿਵੇਂ ਮੇਰੇ ਪ੍ਰਾਣ ਹੀ ਨਿਕਲ ਚੱਲੇ ਹੋਣ। ਸੋ ਜਦੋਂ ਇਹਦੀਆਂ ਅੱਖਾਂ ਲਾਲ ਸੁਰਖ ਹੋ ਗਈਆਂ, ਚਿਹਰੇ ਦਾ ਰੰਗ ਲਾਲ ਹੋ ਗਿਆ, ਤਰਲੇ ਮਿੰਨਤਾਂ ਕਰਦਾ ਹੈ ਕਿ ਮਰਨ ਕਿਨਾਰੇ ਆ ਗਿਆ, ਕਿਰਪਾ ਕਰਕੇ ਬਖਸ਼ ਦਿਓ। ਉਸ ਵਕਤ ਮਹਾਂਪੁਰਖਾਂ ਬਚਨ ਕੀਤਾ, ਚੱਲ ਭਾਈ ਆਪਣੇ ਟਿਕਾਣੇ 'ਤੇ ਚਲਾ ਜਾ। ਤਾਪ ਉਤਰਿਆ, ਗੋਦੜੀ ਜਾ ਕਰਕੇ ਹਿਲਣੀ ਸ਼ੁਰੂ ਹੋਈ। ਕਹਿਣਾ ਕੀਤਾ, ਮਹਾਂਪੁਰਖੋ ਹੈ ਕੀ ਸੀ? ਕਹਿਣ ਲੱਗੇ, ਸਾਡੇ ਸਰੀਰ ਨੂੰ ਨਾ ਤਾਪ ਚੜ੍ਹਿਆ ਹੋਇਆ ਸੀ, ਅਸੀਂ ਇੱਥੇ ਤੁਹਾਡੇ ਨਾਲ ਚੱਲ ਕਰਕੇ ਬਚਨ ਕਰਨ ਆਉਣੇ ਸਨ। ਸੋਚਿਆ ਵੀ ਜੇ ਸਰੀਰ ਠੀਕ ਨਾ ਹੋਵੇ ਫਿਰ ਕੋਈ ਚੰਗੀ ਤਰ੍ਹਾਂ ਕੋਈ ਵਾਰਤਾਲਾਪ, ਕੋਈ ਬਚਨ ਵਿਲਾਸ ਹੋਣਗੇ ਨਹੀਂ, ਤਾਂ ਆਪਣਾ ਜਿਹੜਾ ਸਰੀਰ 'ਤੇ ਚੜ੍ਹਿਆ ਹੋਇਆ ਤਾਪ ਸੀ ਗੋਦੜੀ ਵਿੱਚ ਪਾ ਕਰਕੇ ਰੱਖਿਆ ਸੀ। ਸਿਉਂ ਕਰਾਮਾਤ ਵੇਖ ਕਰਕੇ ਮਹਾਂਪੁਰਖਾਂ ਦੇ ਜਹਾਂਗੀਰ ਬਾਦਸ਼ਾਹ ਨੇ ਚਰਨਾਂ 'ਤੇ ਸੀਸ ਝੁਕਾਇਆ। ਵਾਰ-ਵਾਰ ਬੇਨਤੀਆਂ ਕਰਦਾ, ਮਹਾਰਾਜ ਮੇਰੇ ਤੋਂ ਭੇਟਾ ਮੇਰੀ ਅੰਗੀਕਾਰ ਕਰ ਲਓ। ਸੋ ਨਿਰਲੇਪ ਅਵਸਥਾ ਦੇ ਵਿੱਚ ਹੀ ਰਹਿੰਦੇ ਮਹਾਂਪੁਰਖ ਦੀ ਕੋਈ ਭੇਟਾ ਨਹੀਂ ਲਈ। ਉੱਥੋਂ ਵਿਦਾ ਹੋ ਕਰਕੇ ਆਪਣੇ ਸਥਾਨਾਂ ਦੇ ਉੱਤੇ ਆਣ ਵਿਰਾਜੇ। ਐਸੇ ਮਹਾਨ ਕਿਰਪਾਲੂ ਸਨ ਧੰਨ ਗੁਰੂ ਨਾਨਕ ਦੇਵ ਮਹਾਰਾਜ, ਤਿੰਨਾਂ ਦੇ ਸਪੁੱਤਰ ਧੰਨ ਬਾਬਾ ਸ੍ਰੀ ਚੰਦ ਜੀ। ਸੋ ਇਸ ਤੋਂ ਅੱਗੇ ਜਦੋਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਨਾਂ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ, ਉਹਨਾਂ ਨੇ ਸ਼ਰਧਾ ਭਾਵਨਾ ਸਤਿਕਾਰ ਦੇ ਸਹਿਤ ਜਾ ਕਰਕੇ ਸੀਸ ਝੁਕਾਇਆ, ਵੱਡੀਆਂ ਬਖਸ਼ਿਸ਼ਾਂ ਦੇ ਕਰਕੇ ਨਵਾਜਣਾ ਕੀਤਾ। ਆਪਣੇ ਤਨ ਦੇ ਉੱਤੇ ਕੁਲ੍ਹਾ ਪਹਿਨਿਆ ਹੋਇਆ ਸੀ, ਉਹ ਵੀ ਬਖਸ਼ਿਸ਼ ਕਰ ਦਿੱਤਾ।
ਜੋ ਵੀ ਆਪਣਾ ਖਜ਼ਾਨਾ ਸੀ ਸਾਰਾ ਹੀ ਬਾਬਾ ਗੁਰਦਿੱਤਾ ਜੀ ਨੂੰ ਬਖਸ਼ਿਸ਼ ਕਰਕੇ ਆਪਣੀ ਥਾਂ 'ਤੇ ਧੰਨ ਬਾਬਾ ਸ੍ਰੀ ਚੰਦ ਜੀ ਉਹਨਾਂ ਦੀ ਸਥਾਪਨਾ ਕੀਤੀ ਸੀ। ਸੋ ਉਹਨਾਂ ਤੋਂ ਅੱਗੇ ਤੇਜ ਪ੍ਰਤਾਪ ਵਾਲੇ ਗੁਰਸਿੱਖ ਹੋਏ ਮਹਾਂਪੁਰਸ਼ ਬ੍ਰਹਮ ਗਿਆਨੀ ਭਾਈ ਬਾਲੂ ਹਸਨਾ ਜੀ ਔਰ ਭਾਈ ਫੂਲ ਜੀ, ਭਾਈ ਗੋਂਦਾ ਜੀ, ਭਾਈ ਅਲਮਸਤ ਜੀ। ਇਹਨਾਂ ਤੋਂ ਅੱਗੇ ਜਿਹੜਾ ਇਹ ਪੰਥ ਚੱਲਦਾ ਗਿਆ। ਇਸ ਤਰ੍ਹਾਂ ਆਪਾਂ ਕੱਲ੍ਹ ਦੇ ਦੀਵਾਨਾਂ ਅੰਦਰ ਇਹਨਾਂ ਮਹਾਂਪੁਰਖਾਂ ਦਾ ਇਤਿਹਾਸ, ਇਹਨਾਂ ਦੇ ਕੌਤਕ ਸਰਵਣ ਕੀਤੇ ਸਨ। ਇਸ ਤੋਂ ਅੱਗੇ ਹੁਣ ਗੁਰੂ ਸਾਹਿਬਾਨਾਂ ਦੀ ਪ੍ਰਣਾਲੀ ਚੱਲ ਰਹੀ ਹੈ। ਸੋ 2 ਪ੍ਰਸੰਗ ਅੱਗੇ ਗੁਰੂ ਕੀ ਪ੍ਰਣਾਲੀ ਦੇ ਆਉਣਗੇ। ਸੋ ਕਵੀ ਜੀ ਸੰਖੇਪ ਮਾਤਰ ਦੱਸਣਗੇ ਵੀ ਭਾਈ ਰਾਮ ਕੋਇਰ ਜੀ ਉਹ ਗੁਰੂ ਕੀ ਪ੍ਰਣਾਲੀ ਬਾਰੇ ਜਾਣਕਾਰੀ ਦੇਣਗੇ। ਇਸ ਤੋਂ ਅੱਗੇ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਇਤਿਹਾਸ ਆਰੰਭ ਹੋਵੇਗਾ। ਗੁਰੂ ਕਿਰਪਾ ਕਰੇ ਆਪਾਂ ਸਰਵਣ ਕਰਨ ਦਾ ਯਤਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ 15 ਸਤ ਖਟ 20 ਸੈ ਜਨਮ ਗੁਰੂ ਮਹਾਰਾਜ। ਸੋ ਕਵੀ ਜੀ ਨੇ ਇਸ ਤੋਂ ਅੱਗੇ ਜਦੋਂ ਜ਼ਿਕਰ ਕੀਤਾ ਹੈ ਕਿ ਭਾਈ ਰਾਮ ਕੋਇਰ ਜੀ ਉਹਨਾਂ ਮਹਾਂਪੁਰਖਾਂ ਨੇ ਜਿੱਥੇ ਸਤਿਗੁਰਾਂ ਦੇ ਸਪੁੱਤਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸਪੁੱਤਰਾਂ ਦੇ ਕੌਤਕਾਂ ਦੇ ਬਾਰੇ ਦੱਸਿਆ। ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਖ ਉਹਨਾਂ ਦੇ ਜੀਵਨ ਬਾਰੇ ਜ਼ਿਕਰ ਕੀਤਾ। ਕਿਰਪਾਲੂ ਸਨ। ਇਸ ਤਰ੍ਹਾਂ ਕਵੀ ਜੀ ਹੁਣ ਅੱਗੇ ਜਿਵੇਂ ਭਾਈ ਰਾਮ ਕੋਇਰ ਜੀ ਹੋਣਾ ਗੁਰੂ ਕੀ ਪ੍ਰਣਾਲੀ ਦੱਸੀ ਹੈ ਨਾ, ਉਹਦੇ ਬਾਰੇ ਦੱਸ ਰਹੇ ਨੇ ਗੁਰੂ ਕੇ ਸਿੱਖਾਂ ਨੂੰ। ਸੋ ਭਾਈ ਰਾਮ ਕੋਇਰ ਜੀ ਬਚਨ ਕਰਦਿਆਂ ਕਹਿੰਦੇ ਨੇ ਭਾਈ 1526 ਸੰਮਤ ਨੂੰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਜਨਮ ਹੋਇਆ ਹੈ। 17 ਸੰਮਤ ਸ਼ਿਤ ਰਹੇ ਅਨੇਕ ਗਰੀਬ ਨਿਵਾਜ। ਅਨੇਕਾਂ ਜੀਵਾਂ ਨੂੰ ਨਵਾਜਣ ਵਾਲੇ, ਗਰੀਬਾਂ ਦਾ ਉਧਾਰ ਕਰਨ ਵਾਲੇ ਗਰੀਬ ਨਵਾਜ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ 70 ਸਾਲ ਸਰੀਰ ਕਰਕੇ ਗਰੀਬ ਨਵਾਜ ਪਾਤਸ਼ਾਹ ਜੀ ਸੰਸਾਰ ਦੇ ਉੱਤੇ ਵਿਚਰਨਾ ਕੀਤਾ ਹੈ। ਅਨੇਕਾਂ ਥਾਵਾਂ 'ਤੇ ਜਾ ਕੇ ਗੁਰੂ ਕੀ ਸਿੱਖੀ ਦਾ ਜਿਹੜਾ ਬੀਜ ਸੀ ਉਹਨੂੰ ਬੀਜਣਾ ਕੀਤਾ। ਅਨੇਕਾਂ ਕਲਯੁਗੀ ਜੀਵ ਨੇ ਜਿਨ੍ਹਾਂ ਨੂੰ ਸੱਚੇ ਨਾਮ ਦਾ ਉਪਦੇਸ਼ ਦੇ ਕਰਕੇ ਤਾਰਿਆ ਹੈ। ਚੌਪਈ ਘੋਰ ਕਾਮ ਪਵ ਜੀਵ ਦੁਖਾਰੇ। ਅਤੇ ਜਦੋਂ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣਾ ਅਵਤਾਰ ਧਾਰਨ ਕਰਕੇ ਆਪ ਸੰਸਾਰ 'ਤੇ ਆਏ ਤੇ ਉਸ ਵਕਤ ਭਾਈ ਰਾਮ ਕੋਇਰ ਜੀ ਮਹਾਂਪੁਰਖ ਬਚਨ ਕਰਦੇ ਆ ਵੀ ਜਿਹੜੇ ਧਰਤੀ 'ਤੇ ਜਿਹੜੇ ਜੀਵ ਸੀ ਨਾ ਬਹੁਤ ਜ਼ਿਆਦਾ ਵਿਸ਼ੇ ਵਾਸ਼ਨਾ ਦੇ ਸਹਿਤ ਵਿਸ਼ਿਆਂ ਵਿਕਾਰਾਂ ਦੀ ਤਪਸ਼ ਦੇ ਵਿੱਚ ਤੜਫ ਰਹੇ ਸਨ। ਵਿਲਕ ਰਹੀ ਸੀ ਸਾਰੀ ਲਕਾਈ। ਸਾਰੇ ਲੋਕ ਵਿਸ਼ੇ ਵਾਸ਼ਨਾ ਦੇ ਵਿੱਚ ਗਲਤਾਨ ਹੋਏ ਤੜਫ ਰਹੇ ਸਨ। ਸਸ ਸਮ ਉਦਿਅਤ ਕਰੇ ਸੁਖਾਰੇ। ਆਦਿ ਇਸ ਤਪਦੀ ਹੋਈ ਭਖਦੀ ਹੋਈ ਲੋਕਾਈ ਨੂੰ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਚੰਦਰਮਾ ਰੂਪ ਹੋ ਕਰਕੇ ਸ੍ਰੇਸ਼ਟ ਗਿਆਨ ਦੀ ਵਰਖਾ ਬਖਸ਼ਿਸ਼ ਕਰਕੇ ਨਾਮ ਦੀ ਵਰਖਾ ਕਰਕੇ ਤਪਦੀ ਹੋਈ ਲਕਾਈ ਨੂੰ ਠਾਰਨਾ ਕੀਤਾ ਸੀ। ਸਾਰਿਆਂ ਜੀਵਾਂ ਦੇ ਤਾਈਂ ਠੰਡ ਵਰਤਾਈ ਸੀ ਪਾਤਸ਼ਾਹ ਜੀਆਂ ਆਪਣਾ ਅਵਤਾਰ ਧਾਰਨ ਕਰਕੇ। ਕੋਏ ਨ ਜਿਨ ਕੇ ਅਰਿਓ ਅਗਾਰੀ। ਐਸੇ ਮਹਾਨ ਕਿਰਪਾਲੂ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਭਈ ਹੋਏ ਨੇ ਜਿਨ੍ਹਾਂ ਦੇ ਅੱਗੇ ਕੋਈ ਸ਼ਕਤੀ ਕਰਕੇ ਅੜ ਨਹੀਂ ਸਕਿਆ। ਇੰਨੇ ਜ਼ਿਆਦੇ ਬਲ ਦੇ ਸਹਿਤ ਸਨ। ਆਪ ਹੀ ਪਰਮੇਸ਼ਰ ਵਾਹਿਗੁਰੂ ਕਾਲ ਪੁਰਖ ਦਾ ਹੀ ਸਰੂਪ ਸਨ। ਭਈ ਨਮਰ ਅਜਮਤ ਤਰ ਭਾਰੀ। ਸਤਿਗੁਰਾਂ ਦੇ ਵੱਡੇ ਭਾਰੀ ਕੌਤਕ ਵੇਖ ਕਰਕੇ ਤੇ ਸਾਰੇ ਲੋਕਾਂ ਨੇ ਨਮਸਕਾਰ ਹੀ ਕੀਤੀ ਹੈ ਚਰਨਾਂ 'ਤੇ। ਕਿਧਰੇ ਸਿੱਧਾਂ ਨੇ ਚਰਚਾ ਕਰਕੇ ਵੀ ਵੇਖ ਲਈ, ਬੜੇ ਜੋਗੀ ਆਏ ਕੰਨ ਪਾਟੇ
ਯੰਤਰਾਂ ਮੰਤਰਾਂ ਤੰਤਰਾਂ ਵਾਲੇ ਵੀ ਬੜੇ ਚੱਲ ਕੇ ਆਏ, ਪਰ ਇਸ ਮਹਾਨ ਸਮਰੱਥ ਸਤਿਗੁਰੂ ਦੇ ਚਰਨਾਂ 'ਤੇ ਸਾਰਿਆਂ ਨੇ ਨਮਸਕਾਰ ਹੀ ਕੀਤੀ ਹੈ, ਕੋਈ ਅੜ ਨਹੀਂ ਸਕਿਆ। ਜਿਤਕ ਸ਼ਕਤ ਜੁਤ ਪੇ ਸਭ ਤਾਰੇ। ਜਿਵੇਂ ਤਾਰਿਆਂ ਦੇ ਵਿੱਚ ਸ਼ਕਤੀ ਹੁੰਦੀ ਹੈ, ਉਹਨਾਂ ਦੇ ਵਿੱਚ ਸਮਰੱਥਾ ਹੁੰਦੀ ਹੈ ਕਿ ਰਾਤ ਨੂੰ ਹਨੇਰਾ ਜਦੋਂ ਹੁੰਦਾ ਹੈ ਤੇ ਤਾਰੇ ਆਪਣੇ ਆਪ ਦਾ ਪ੍ਰਕਾਸ਼ ਕਰਦੇ ਟਿਮਟਮਾਉਂਦੇ ਨੇ, ਆਪਣੀ ਸ਼ਕਤੀ ਦਾ ਪ੍ਰਗਟਾਵਾ ਕਰਦੇ ਨੇ। ਰਾਤ ਦੇ ਹਨੇਰੇ ਦੇ ਵਿੱਚ ਜਿਹੜੇ ਤਾਰੇ ਨੇ ਉਹ ਪ੍ਰਗਟ ਹੁੰਦੇ ਨੇ, ਲੋਕ ਉਹਨਾਂ ਤਾਰਿਆਂ ਨੂੰ ਵੇਖਦੇ ਹਨ। ਰਾਵ ਸਮ ਉਦੈ ਛਪੇ ਤਬ ਸਾਰੇ। ਅਤੇ ਜਦੋਂ ਸਵੇਰ ਹੁੰਦੀ, ਸੂਰਜ ਚੜ੍ਹਦਾ ਹੈ ਨਾ, ਤੇ ਸੂਰਜ ਦੇ ਚੜ੍ਹਾਅ ਦੇ ਨਾਲ ਹੀ ਸਾਰੇ ਤਾਰੇ ਜਿਹੜੇ ਨੇ ਉਹ ਛੁਪ ਜਾਂਦੇ ਨੇ, ਲੋਪ ਹੋ ਜਾਂਦੇ ਆ, ਕਿਉਂਕਿ ਸੂਰਜ ਦੇ ਤੇਜ ਪ੍ਰਤਾਪ ਦੇ ਅੱਗੇ ਤਾਰਿਆਂ ਦੀ ਸ਼ਕਤੀ ਕੁਝ ਵੀ ਨਹੀਂ। ਇਸ ਤਰ੍ਹਾਂ ਬੜੇ ਸਨ ਦੰਭ ਪਖੰਡ ਕਰਨ ਵਾਲੇ ਪਖੰਡੀ ਲੋਕ, ਆਪੋ ਆਪਣੀ ਪੂਜਾ ਕਰਾਉਂਦੇ ਹੋਏ ਟਿਮਟਮਾਉਂਦੇ ਫਿਰਦੇ ਸੀ ਸੰਸਾਰ ਤੇ। ਕਾਲੇ ਬੋਲੀ ਹਨੇਰੀ ਰਾਤ ਸੀ, ਅਗਿਆਨਤਾ ਦੀ ਚਾਰ ਚਫੇਰੇ, ਤੇ ਟਿਮਟਮਾਉਂਦੇ ਫਿਰਦੇ ਸਨ ਤਾਰਿਆਂ ਦੀ ਤਰ੍ਹਾਂ, ਚਮਕ ਡਮਕ ਬਣਾਈ ਹੋਈ ਸੀ ਇਹਨਾਂ। ਪਰ ਜਦੋਂ ਸਤਿਗੁਰੂ ਤੇਜ ਸਰੂਪ ਲੈ ਕਰਕੇ ਪ੍ਰਕਾਸ਼ਮਾਨ ਕੀਤਾ ਨਾ, ਸਾਰੇ ਸੰਸਾਰ 'ਤੇ ਪ੍ਰਕਾਸ਼ ਦਿੱਤਾ ਗਿਆਨ ਦਾ, ਫਿਰ ਸਾਰੇ ਦੇ ਸਾਰੇ ਲੋਪ ਹੀ ਹੋ ਗਏ। 1596 ਮਾਹੂ। ਅਤੇ 1596 ਸਮਤ ਦੇ ਵਿੱਚ ਮਾਸ ਅਸੋਜ ਸਰਦ ਰੁੱਤ ਤਾਹੂ। ਤੇ ਭਾਈ ਰਾਮ ਕੌਰ ਜੀ ਮਹਾਂਪੁਰਖ ਕਹਿੰਦੇ ਨੇ, ਬਚਨ ਕਰਦੇ ਆ ਵੀ ਉਸ ਵਕਤ ਅੱਸੂ ਦਾ ਮਹੀਨਾ ਸੀ ਤੇ ਸਰਦੀ ਦੀ ਰੁੱਤ ਜਿਹੜੀ ਉਹ ਅਜੇ ਸ਼ੁਰੂ ਹੋ ਰਹੀ ਸੀ, ਆਰੰਭੀ ਹੋ ਰਹੀ ਹੈ। ਕ੍ਰਿਸ਼ਨਾ ਦਸਵੀਂ ਪਿਤਰਨ ਦਿਨ ਕੀ। ਅਤੇ ਅੱਸੂ ਦੀ ਦਸਵੀਂ ਨੂੰ ਧੰਨ ਗਰੀਬ ਨਵਾਜ ਪਾਤਸ਼ਾਹ ਜੀ ਕਿਰਪਾਲੂ ਧੰਨ ਗੁਰੂ ਨਾਨਕ ਦੇਵ ਪਰਮੇਸ਼ਰ ਸਰੂਪ ਪਾਤਸ਼ਾਹ ਜੀ ਆਪਣੇ ਸਰੀਰ ਦੇ ਸਹਿਤ ਹੀ ਸੱਚਖੰਡ ਨੂੰ ਜਾਣਾ ਕੀਤਾ ਸੀ। ਐਰਾਵਤੀ ਕੂਲ ਅਭਿਰਾਮ। ਰਾਵੀ ਦਰਿਆ ਦੇ ਕਿਨਾਰੇ ਦੇ ਉੱਤੇ ਬੜਾ ਸੋਹਣਾ ਅਤੇ ਬਹੁਤ ਹੀ ਸੁੰਦਰ ਤਹਿ ਕਰਤਾਰਪੁਰਾ ਕੀਏ ਗ੍ਰਾਮ। ਉੱਥੇ ਰਾਵੀ ਨਦੀ ਦੇ ਕਿਨਾਰੇ ਦੇ ਉੱਤੇ ਸੁੰਦਰ ਨਗਰ ਵਸਾਉਣਾ ਕੀਤਾ, ਕਰਤਾਰਪੁਰ। ਸੋ ਕਰਤਾਰਪੁਰ ਨਗਰ ਬੜਾ ਸੋਹਣਾ ਅਤੇ ਸੁੰਦਰ ਆਪ ਗਰੀਬ ਨਵਾਜ ਪਾਤਸ਼ਾਹ ਨੇ ਵਸਾਇਆ ਹੈ। ਗੁਰੂ ਬਸਤਰ ਕੋ ਲੇ ਸੰਸਕਾਰ। ਅਤੇ ਜਦੋਂ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਭਾਈ ਸੱਚਖੰਡ ਨੂੰ ਗਏ ਨਾ, ਤੇ ਉਹਨਾਂ ਦੇ ਸਰੀਰ ਸਣੇ ਸੱਚਖੰਡ ਜਾਣ ਤੋਂ ਬਾਅਦ ਜਿਹੜੀ ਉਹਨਾਂ ਦੇ ਬਸਤਰ ਸੀ, ਉਹਨਾਂ ਬਸਤਰਾਂ ਦਾ ਜਿਹੜੇ ਗੁਰੂ ਦੇ ਪਿਆਰੇ ਸਿੱਖ ਸਨ ਉਹਨਾਂ ਨੇ ਸੰਸਕਾਰ ਕਰ ਲਿਆ। ਸੋ ਜਿਹੜੇ ਤੁਰਕ ਸੀ, ਮੁਸਲਮਾਨ ਵੀਰ ਪਿਆਰ ਕਰਨ ਵਾਲੇ, ਉਹਨਾਂ ਨੇ ਸਤਿਗੁਰਾਂ ਦਾ ਚਾਦਰਾ ਜਿਹੜਾ ਸੀ ਉਹਨੂੰ ਲੈ ਕਰਕੇ ਬਸਤਰ ਨੂੰ ਦਫਨਾ ਦੇਣਾ ਕੀਤਾ, ਉਹਨਾਂ ਉੱਤੇ ਕਬਰ ਬਣਾ ਲੈਣਾ ਕੀਤੀ। ਇਸ ਤਰ੍ਹਾਂ ਭਾਈ ਰਾਮ ਕੌਰ ਜੀ ਕਹਿੰਦੇ ਨੇ, ਸਤਿਗੁਰਾਂ ਦੇ ਬਸਤਰਾਂ ਨੂੰ ਲੈ ਕਰਕੇ ਦੋਹਾਂ ਧਿਰਾਂ ਨੇ ਆਪੋ ਆਪਣੇ ਧਰਮ, ਆਪੋ ਆਪਣੀਆਂ ਰੀਤੀ ਰਿਵਾਜ ਜਿਹੜੇ ਉਹ ਪੂਰੇ ਕੀਤੇ ਸਨ। ਨਾਮ ਦੇਹੋ ਰਾ ਬਿਦਤ ਉਧਾਰਾ। ਜਿੱਥੇ ਸਤਿਗੁਰਾਂ ਦੇ ਬਸਤਰ ਦਾ ਸੰਸਕਾਰ ਹੋਇਆ, ਬਸਤਰ ਨੂੰ ਦਫਨਾਇਆ ਗਿਆ, ਉਹ ਸਥਾਨ ਅੱਜ ਵੀ ਪ੍ਰਗਟ ਹਨ। ਪ੍ਰਗਟ ਰੂਪ ਵਿੱਚ ਸੰਗਤਾਂ ਉਹਨਾਂ ਦੇ ਦਰਸ਼ਨ ਕਰਦੀਆਂ ਹਨ। ਤਿਸ ਗਾਦੀ ਗੁਰ ਅੰਗਦ ਬੈਸੇ। ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚਖੰਡ ਨੂੰ ਚਲੇ ਗਏ ਭਾਈ, ਉਹਨਾਂ ਤੋਂ ਬਾਅਦ ਧੰਨ ਗੁਰੂ ਅੰਗਦ ਦੇਵ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਗੁਰਤਾ ਗੱਦੀ ਤੇ ਸੁਭਾਇਮਾਨ ਹੋਏ, ਬਿਰਾਜਮਾਨ ਹੋਏ। ਪੋਸ਼ਸ਼ ਅਪਰ ਪਹਿਰ ਨ੍ਰਿਪ ਜੈਸੇ। ਇਉਂ ਮਾਨੋ ਵੀ ਜਿਸ ਤਰ੍ਹਾਂ ਰਾਜਾ ਇੱਕ ਹੀ ਹੋਵੇ ਤੇ ਉਹ ਆਪਣਾ ਪੁਸ਼ਾਕਾ ਬਦਲ ਕੇ, ਆਪਣਾ ਬਸਤਰ ਬਦਲ ਕੇ ਫਿਰ ਦੁਬਾਰਾ ਆਣ ਕੇ ਸਭਾ ਦੇ ਵਿੱਚ ਬੈਠ ਜਾਵੇ। ਇਸੇ ਤਰ੍ਹਾਂ ਹੀ ਹੋਇਆ ਸੰਸਾਰ ਦੀ ਸਭਾ ਦੇ ਵਿੱਚ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਜੋਤ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਉਸੇ ਤਰ੍ਹਾਂ ਹੀ ਪ੍ਰਕਾਸ਼ਮਾਨ ਹੈ, ਪਰ ਆਪਣਾ ਤਨ ਦਾ ਚੋਲਾ ਬਦਲ ਕਰਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸਰੂਪ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਪ੍ਰਗਟ ਹੀ ਹੋਏ ਨੇ।
ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਵਿੱਚ ਵੀ ਉਹੋ ਹੀ ਸਰੂਪ ਵਰਤ ਰਿਹਾ ਹੈ। ਤੇਹਨ ਕੁਲ ਮਹਿ ਫੇਰੂ ਨਾਮ, ਅਤੇ ਤੇਹਨ ਕੁਲ ਦੇ ਵਿੱਚ ਇੱਕ ਬਹੁਤ ਹੀ ਮਹਾਤਮਾ ਪੁਰਖ, ਸ੍ਰੇਸ਼ਟ ਮਹਾਂਪੁਰਖ ਬਾਬਾ ਫੇਰੂ ਜੀ ਹੋਏ ਨੇ। ਫਿਰ ਬਾਬਾ ਫੇਰੂ ਜੀ ਕਰਕੇ ਉਹਨਾਂ ਦਾ ਨਾਮ ਪ੍ਰਸਿੱਧ ਹੈ। ਪੁੰਨ ਆਤਮ ਸੁਸ਼ੀਲ ਸੁਚ ਧਾਮ, ਅਤੇ ਬੜਾ ਹੀ ਪੁੰਨ ਦਾਨ ਕਰਨ ਵਾਲੇ ਨੇ, ਬੜੇ ਮਹਾਤਮਾ ਪੁਰਖ ਨੇ, ਸ਼ਾਂਤ ਸੁਭਾਅ ਵਾਲੇ ਨੇ, ਪਵਿੱਤਰਤਾ ਦਾ ਘਰ ਖਾਨ। ਸਾਧਵੀ ਦਇਆ ਕੋਰ ਬਾਰਦਾਰਾ, ਅਤੇ ਉਹਨਾਂ ਦੇ ਜਿਹੜੇ ਧਰਮ ਸਪਤਨੀ, ਉਹਨਾਂ ਦੇ ਘਰ ਵਾਲੀ, ਉਹਨਾਂ ਦਾ ਨਾਮ ਕਵੀ ਜੀ ਕਹਿੰਦੇ ਨੇ ਭਾਈ ਰਾਮ ਕੌਰ ਜੀ ਹੋਣੀ ਦੱਸ ਰਹੇ ਕਿ ਉਹਨਾਂ ਦੀ ਧਰਮ ਸਪਤਨੀ ਦਾ ਨਾਮ ਦਇਆ ਕੌਰ ਹੈ। ਜਿਨ ਕੇ ਸੁਕ੍ਰਿਤ ਕੋ ਨਹਿ ਪਾਰਾ, ਅਤੇ ਬਾਬਾ ਫੇਰੂ ਜੀ ਦੀ ਧਰਮ ਸਪਤਨੀ ਮਾਤਾ ਦਇਆ ਕੌਰ ਜੀ, ਉਹਨਾਂ ਦੇ ਜਿਹੜੇ ਗੁਣ ਨੇ ਸ੍ਰੇਸ਼ਟ, ਉਹਨਾਂ ਦੇ ਵਿੱਚ ਗੁਣ ਨੇ, ਉਹਨਾਂ ਗੁਣਾਂ ਦਾ ਤਾਂ ਕੋਈ ਆਦ ਅੰਤ ਹੀ ਨਹੀਂ, ਕੋਈ ਗਿਣਤੀ ਮਿਣਤੀ ਨਹੀਂ ਵੀ ਕਿੰਨੇ ਉਹ ਧਰਮਾਤਮਾ ਸਨ। ਗ੍ਰਾਮ ਹਰੀ ਕੇ ਧਾਮ ਬਸੰਤੇ, ਅਤੇ ਹਰੀ ਕੇ ਪਤਨ ਇੱਥੇ ਇਸ ਨਗਰ ਦੇ ਵਿੱਚ ਵਸਦੇ ਸੀ, ਇੱਥੇ ਉਹਨਾਂ ਦਾ ਘਰ ਹੈ। ਨਿਸਬਾਸਰ ਹਰ ਹਰ ਸਿਮਰੰਤੇ, ਦਿਨ ਅਤੇ ਰਾਤ ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਂਦੇ ਨੇ, ਯਾਦ ਕਰਦੇ ਨੇ, ਉਹਦੀ ਸਿਫਤ ਸਲਾਹ ਕਰਦੇ ਹਨ। ਸ੍ਰੀ ਗੁਰੂ ਅੰਗਦ ਜਨਮੇ ਜਿਨ ਕੇ, ਅਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਬਾ ਫੇਰੂ ਜੀ ਅਤੇ ਮਾਤਾ ਦਇਆ ਕੌਰ ਜੀ ਦੇ ਘਰ ਵਿੱਚ ਇਹਨਾਂ ਦਾ ਜਨਮ ਹੋਇਆ ਹੈ। ਕਹਿ ਲੋ ਕਹੋ ਮਹਾਤਮ ਤਿਨ ਕੇ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਤਿੰਨਾਂ ਸਤਿਗੁਰਾਂ ਦੀ ਤਾਂ ਭਾਈ ਮਹਿਮਾ ਅਗਾਧ ਬੋਧ ਹੈ, ਕਹਿਣ ਅਤੇ ਕਥਨ ਤੋਂ ਪਰੇ ਹੈ। ਭਾਈ ਸਾਹਿਬ ਕਹਿੰਦੇ ਕਿੱਥੋਂ ਤੱਕ ਜ਼ਿਕਰ ਕਰੀਏ, ਕਿੱਥੋਂ ਤੱਕ ਕਹਿਣਾ ਕਰੀਏ ਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਵਿੱਚ ਕਿੰਨੇ ਗੁਣ ਸਨ। ਜਨਮ ਹਰੀ ਕੇ ਗ੍ਰਾਮ ਭਇਓ ਹੈ, ਅਤੇ ਵਿਦਵਾਨਾਂ ਨੇ ਆਪਣੀ ਰਾਏ ਦੇ ਅਨੁਸਾਰ ਜ਼ਿਕਰ ਕੀਤਾ ਹੈ ਵੀ ਨਗਰ ਹਰੀਕੇ ਦੇ ਵਿੱਚ ਵਸਦੇ ਸੀ ਬਾਬਾ ਫੇਰੂ ਜੀ, ਤੇ ਇੱਥੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਜਨਮ ਹੋਇਆ ਹੋਵੇਗਾ। ਦੂਸਰਾ ਪੱਖ ਵਿਦਵਾਨ ਇਹ ਵੀ ਦੱਸਦੇ ਨੇ ਕਿ ਅੱਜ ਕੱਲ੍ਹ ਮੁਕਤਸਰ ਸਾਹਿਬ ਦੇ ਨੇੜੇ ਮੱਤੇ ਦੀ ਸਰਾਂ, ਅੱਜ ਕੱਲ੍ਹ ਸਰਾਏ ਨਾਗਾ ਉਹ ਪਿੰਡ ਹੈ, ਉੱਥੇ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਜਨਮ ਹੋਇਆ ਹੈ। ਆਨ ਥਾਨ ਪੁਨ ਬਸਨ ਕੀਓ ਹੈ, ਫਿਰ ਹਰੀ ਕੇ ਨਗਰ ਤੋਂ ਚੱਲ ਕਰਕੇ ਹੋਰਨਾਂ ਨਗਰਾਂ ਦੇ ਵਿੱਚ ਵਿਚਰਦਿਆਂ ਕਰਦਿਆਂ ਕਰਾਉਂਦਿਆਂ ਸੋ ਇਸ ਨਗਰ ਦੇ ਵਿੱਚ ਜਾ ਕਰਕੇ ਡੇਰਾ ਕਰ ਲਿਆ ਸੀ ਮੱਤੇ ਦੀ ਸਰਾਂ ਵਿਖੇ। 1567 ਸੰਮਤ, ਅਤੇ 1561 ਸੰਮਤ ਇਹ ਦੱਸ ਰਹੇ ਹਨ। ਫੇਰੂ ਸੁਤ ਜਨਮਿਓ ਗੁਰ ਸੰਮਤ, ਮਾਲਕ ਵਾਹਿਗੁਰੂ ਪਰਮੇਸ਼ਰ ਦੇ ਘਰੋਂ ਭਰਪੂਰ ਗੁਣਾਂ ਦੇ ਸਹਿਤ ਬਾਬਾ ਫੇਰੂ ਜੀ ਦੇ ਘਰ ਬਹੁਤ ਪਿਆਰ ਵਾਲੀ ਮਹਾਨ ਪਰਉਪਕਾਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਆਪਣਾ ਜਨਮ ਲਿਆ ਹੈ। ਪਹੁੰਚੇ ਸ਼੍ਰੀ ਨਾਨਕ ਕੀ ਸ਼ਰਨੀ, ਅਤੇ ਫਿਰ ਸਮਾਂ ਇੱਦਾਂ ਬਣਿਆ, ਕੁਝ ਸਮਾਂ ਇੱਧਰ ਉੱਧਰ ਵਿਚਰਦਿਆਂ ਹੋਇਆਂ ਉਸ ਤੋਂ ਬਾਅਦ ਸਮਰੱਥ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਸ਼ਰਨ ਦੇ ਵਿੱਚ ਬਾਬਾ ਲਹਿਣਾ ਜੀ ਨੇ, ਬਾਬਾ ਫੇਰੂ ਜੀ ਦੇ ਪੁੱਤਰ ਜੀ ਨੇ ਜਾਣਾ ਕੀਤਾ ਸੀ। ਸੇਵਾ ਵਿਖੇ ਨੀਕ ਕਾਰ ਕਰਨੀ, ਅਤੇ ਸੇਵਾ ਕਰਨੀ ਭਾਵਨਾ ਲਾ ਕਰਕੇ, ਸ਼ਰਧਾ ਰੱਖ ਕਰਕੇ, ਅਦਬ ਸਤਕਾਰ ਦੇ ਸਹਿਤ, ਈਰਖਾ ਤੋਂ ਰਹਿਤ ਹੋ ਕੇ, ਨਾਮ ਬਾਣੀ ਦੇ ਵਿੱਚ ਭਿੱਜ ਕਰਕੇ ਸੋ ਸੇਵਾ ਕਰਨੀ ਹੀ ਆਪਣੀ ਸਾਰਿਆਂ ਤੋਂ ਸ੍ਰੇਸ਼ਟ ਅਤੇ ਉੱਤਮ ਕਿਰਤ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸਮਝੀ ਹੈ, ਜਾਣੀ ਹੈ। ਜੋ ਤੋ ਪ੍ਰੇਮ ਖਿਲਨ ਕਾ ਚਾਓ, ਜਿਸ ਤਰ੍ਹਾਂ ਸਤਿਗੁਰਾਂ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਬਚਨ ਸਨ ਕਿ ਭਾਈ ਜੇ ਗੁਰੂ ਘਰ ਦੇ ਨਾਲ ਜਾਂ ਸਾਡੇ ਨਾਲ ਪਿਆਰ ਕਰਨਾ ਚਾਹੁੰਦਾ ਹੈ ਨਾ, ਜੇ ਤੂੰ ਪਿਆਰ ਰੱਖਦਾ ਹੈ ਸਾਡੇ ਨਾਲ,
ਸੋ ਗੁਰੂ ਘਰ ਦੇ ਨਾਲ ਸੰਬੰਧ ਜੋੜਦਾ ਹੈ ਵੀ ਮੈਂ ਗੁਰੂ ਕਾ ਪਿਆਰਾ ਹਾਂ, ਗੁਰੂ ਕਾ ਸੇਵਕ ਹਾਂ। ਇਸ ਘਰ ਦੇ ਵਿੱਚ ਆਣ ਕਰਕੇ ਜੇ ਪ੍ਰੇਮ ਦੀ ਖੇਡ ਖੇਡਣਾ ਚਾਹਣਾ ਹੈ, ਸਿਰ ਤਾਰ ਤਲੀ ਗਲੀ ਮੇਰੀ ਆਓ। ਆਪਣੇ ਆਪ ਨੂੰ ਹਉਮੈ ਹੰਕਾਰ ਖੰਗਤਾ ਰੂਪੀ ਜਿਹੜਾ ਸਿਰ ਹੈ ਉਹਨੂੰ ਤਲੀ ਤੇ ਰੱਖ ਕਰਕੇ ਨਿਮਰਤਾ ਦੇ ਸਹਿਤ ਹੋ ਕਰਕੇ ਭਾਵਨਾ ਦੇ ਨਾਲ ਗੁਰੂ ਕੇ ਘਰ ਵੱਲ ਆਉਣਾ ਕਰ, ਗੁਰੂ ਦੇ ਦਰਵਾਜ਼ੇ ਤੇ ਆਉਣਾ ਕਰ। ਜੇ ਗੁਰੂ ਕੇ ਸਿੱਖਾ ਚਾਹਵੇਂ ਵੀ ਮੈਂ ਪਿਆਰ ਵੀ ਗੁਰੂ ਦੇ ਨਾਲ ਮੇਰਾ ਪੂਰਾ ਹੈ ਤੇ ਆਪਣੀ ਹਉਮੈ ਹੰਕਾਰ ਖੰਗਤਾ ਵੀ ਵਿੱਚ ਬਰਕਰਾਰ ਹੈ, ਭਈ ਇਉਂ ਖੇਡ ਨਹੀਂ ਬਣਦੀ। ਜਾਓ ਤਾਂ ਪ੍ਰੇਮ ਖੇਲਣ ਕਾ ਚਾਓ। ਜੇ ਚਾਹੁੰਦਾ ਹੈ ਵੀ ਗੁਰੂ ਘਰ ਦੇ ਨਾਲ ਪ੍ਰੇਮ ਦਾ ਮੇਰਾ ਸੰਬੰਧ ਬਣੇ, ਮੈਂ ਗੁਰੂ ਘਰ ਦਾ ਪ੍ਰੇਮੀ ਹਾਂ ਤੇ ਆਪਣੀ ਹਉਮੈ ਹੰਗਤਾ ਰੂਪੀ ਜਿਹੜਾ ਸਿਰ ਜਾ ਚੁੱਕੀ ਫਿਰਦਾ ਹੈ ਨਾ, ਇਹਨੂੰ ਲਾਹ ਕਰਕੇ ਗੁਰੂ ਕੇ ਦਰ ਤੇ ਆਉਣਾ ਕਰ। ਸੋ ਇਹ ਜੋ ਸਤਿਗੁਰਾਂ ਦਾ ਬਚਨ ਹੈ, ਏਮ ਕਹਿ ਬੋ ਜਿਨ ਸਫਲ ਕੀਓ ਹੈ। ਇਹ ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਬਚਨ। ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਮਰੱਥ ਸਤਿਗੁਰੂ, ਜਿਨ੍ਹਾਂ ਨੇ ਕਮਾਲ ਇਹਨਾਂ ਕੀਤਾ। ਇਸ ਬਚਨ ਨੂੰ ਕਮਾਉਣ ਦੇ ਵਿੱਚ ਮਹਾਰਾਜ ਜੀ ਸਫਲ ਹੋਏ ਸਨ। ਆਤ ਰਿਜਾਏ ਸ੍ਰੀ ਗੁਰੂ ਲਿਓ ਹੈ। ਅਤੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਇਹ ਬਚਨ ਕਮਾ ਕਰਕੇ ਪ੍ਰਸੰਨ ਕਰ ਲਿਆ ਸੀ। ਜਿਨ ਹੋ ਨਾ ਅਜਮਤ ਕਹੂੰ ਜਨਾਈ। ਅਤੇ ਐਸੇ ਸਮਰੱਥ ਸਨ ਧੰਨ ਸਤਿਗੁਰੂ ਅੰਗਦ ਦੇਵ ਮਹਾਰਾਜ। ਸ਼ਕਤੀਆਂ ਵੀ ਕੋਲ ਬਹੁਤ ਸੀ, ਬੜਾ ਵੱਡਾ ਅਮੁੱਲ ਭੰਡਾਰਾ ਸੀ। ਸੋ ਕੋਈ ਵੀ ਸ਼ਕਤੀ, ਕੋਈ ਕਰਾਮਾਤ ਕਦੇ ਜਤਾਉਣਾ ਨਹੀਂ ਕੀਤੀ ਹੈ। ਅਜਰ ਜਰਨ ਤ੍ਰਿਤ ਸ਼ਿਤ ਸਮਤਾਈ। ਅਤੇ ਅਜਰ ਸ਼ਕਤੀਆਂ ਜਰਨ ਦੇ ਵਿੱਚ ਤਾਂ ਧਰਤੀ ਦੇ ਸਮਾਨ ਧੀਰ ਜਵਾਨ ਸਨ। ਸੋ ਕਦੇ ਵੀ ਕੋਈ ਇਹੋ ਜਿਹੀ ਸ਼ਕਤੀ ਦਾ ਪ੍ਰਗਟਾਵਾ ਕਦੇ ਵੀ ਨਹੀਂ ਕਰਿਆ ਕਰਦੇ ਸੀ, ਭਾਵੇਂ ਆਪ ਸ਼ਕਤੀਆਂ ਦੇ ਸਮੁੰਦਰ ਸਨ ਪਾਤਸ਼ਾਹ। ਜਿਨ ਕੇ ਗੁਣ ਕੋ ਬਰਨ ਕੋਨ। ਐਸੇ ਸਮਰੱਥ ਸਤਿਗੁਰੂ ਦੇ ਜਿਹੜੇ ਵੱਡੇ ਭਾਰੀ ਗੁਣ ਨੇ ਭਾਈ, ਉਹਨਾਂ ਨੂੰ ਕੌਣ ਵਰਣਨ ਕਰ ਸਕਦਾ ਹੈ? ਕੋਈ ਨਹੀਂ ਕਰ ਸਕਦਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਤਾਂ ਗੁਣਾਂ ਦੇ ਭੰਡਾਰੇ ਹਨ, ਕੋਈ ਉਹਨਾਂ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ, ਦੱਸ ਨਹੀਂ ਸਕਦਾ। ਬਾਣੀ ਸ਼ੇਸ਼ ਦੇਖ ਰਹਿ ਮੋਨ। ਅਤੇ ਸਰਸਵਤੀ ਸ਼ੇਸ਼ ਨਾਗ ਇਹ ਸਾਰੇ ਚੁੱਪ ਹੀ ਰਹਿ ਜਾਂਦੇ ਨੇ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਦੂਸਰੇ ਸਰੂਪ ਗੁਰੂ ਅੰਗਦ ਦੇਵ ਪਾਤਸ਼ਾਹ ਜੀਆਂ ਦੀ ਮਹਿਮਾ ਸੁਣ ਕਰਕੇ। ਸੋ ਇਹਨਾਂ ਦੇ ਕੋਲ ਵੀ ਭਾਵੇਂ ਹਜ਼ਾਰਾਂ ਰਸਨਾ ਨੇ, ਜ਼ੁਬਾਨਾਂ ਨੇ, ਪਰ ਗੁਰੂ ਕੀ ਸੋਭਾ ਮਹਿਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਖੀਵੀ ਸਤੀ ਪਾਰ ਜਾ ਹੋਈ। ਇਹਨਾਂ ਦੇ ਜਿਹੜੇ ਮਹਿਲ ਸਨ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ, ਉਹਨਾਂ ਦਾ ਨਾਮ ਖੀਵੀ ਜੀ ਸੀ। ਸੋ ਜਗਤ ਨੇ, ਸਿੱਖ ਜਗਤ ਨੇ ਉਹਨਾਂ ਨੂੰ ਬੜੇ ਅਦਬ ਸਤਿਕਾਰ ਨਾਲ ਮਾਤਾ ਖੀਵੀ ਜੀ ਕਹਿਣਾ ਕੀਤਾ ਹੈ। ਮਾਤਾ ਖੀਵੀ ਜੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਧਰਮ ਸੁਪਤਨੀ ਸਨ, ਮਹਿਲ ਸਨ। ਭਏ ਆਤਮ ਅਜ ਤਿਸਤੇ ਦੋਈ। ਉਹਨਾਂ ਦੇ ਅੱਗੇ ਪਾਵਨ ਕੁੱਖ ਦੇ ਵਿੱਚੋਂ ਜਿਹੜੇ ਦੋ ਪੁੱਤਰ ਹਨ, ਉਹਨਾਂ ਨੇ ਜਨਮ ਲਿਆ ਹੈ। ਨਾਮ ਦਾਸੂ ਅਰ ਦਾਤੂ ਦੂਵਾ। ਉਹਨਾਂ ਦੋਹਾਂ ਹੀ ਪੁੱਤਰਾਂ ਦਾ ਨਾਮ ਬਾਬਾ ਦਾਸੂ ਜੀ ਤੇ ਬਾਬਾ ਦਾਤੂ ਜੀ ਹੈ। ਜਿਨ ਕੇ ਹਿਰਦੇ ਗਿਆਨ ਦਿੜ ਹੂਵਾ। ਐਸੇ ਮਹਾਂਪੁਰਖ ਸਨ, ਉਹ ਵੀ ਗੁਰੂ ਕੇ ਪੁੱਤਰ ਸੀ। ਹਿਰਦੇ ਦੇ ਵਿੱਚ ਗਿਆਨ ਬਹੁਤ ਦ੍ਰਿੜ ਸੀ, ਬੜੇ ਆਨੰਦ ਚ ਵਿੱਚ ਸਨ। ਦਵਾਦਸ਼ ਬਰਖ ਟਿਕੇ ਗੁਰ ਗਾਦੀ। ਅਤੇ 12 ਸਾਲ ਸਤਿਗੁਰੂ ਗੁਰਤਾ ਗੱਦੀ ਤੇ ਗਰੀਬ ਨਵਾਜ ਪਾਤਸ਼ਾਹ ਬਰਾਜ ਰਹੇ। ਖਸ਼ਟ ਮਾਸ 9 ਦਿਨ ਅਹਲਾਦੀ। ਅਤੇ ਇਸ ਤੋਂ ਅੱਗੇ ਜ਼ਿਕਰ ਕਰਦੇ ਨੇ 12 ਸਾਲ 6 ਮਹੀਨੇ ਤੇ 9 ਦਿਨ ਖੁਸ਼ੀਆਂ ਖੇੜੇ ਆਨੰਦ ਵਰਤਾਉਣ ਵਾਲੇ, ਗਰੀਬਾਂ ਨੂੰ ਨਵਾਜਣ ਵਾਲੇ ਧੰਨ ਗੁਰੂ ਅੰਗਦ ਦੇਵ ਮਹਾਰਾਜ
ਗੁਰਤਾ ਗੱਦੀ ਤੇ ਗਰੀਬ ਨਵਾਜ ਬਿਰਾਜਮਾਨ ਰਹੇ ਖਾਨ। 16 7 9 ਸੰਮਤ ਔਰ ਅਤੇ ਫਿਰ 1609 ਸੰਮਤ ਨੂੰ ਚੌਥ ਚੇਤ ਸੁਧ ਨਰ ਸਿਰ ਮੋਰ ਚੇਤ ਸੁਦੀ ਚੌਥ ਨੂੰ ਸ਼੍ਰੋਮਣੀ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਤਨ ਕੋ ਤਜ ਬੈਕੁੰਠ ਸਿਧਾਰੇ ਆਪਣਾ ਪਾਵਨ ਤਨ ਸਰੀਰ ਸੀ ਇਸ ਨੂੰ ਛੱਡ ਕਰਕੇ ਸੱਚਖੰਡ ਨੂੰ ਗਰੀਬ ਨਵਾਜ ਚਲੇ ਗਏ। ਸ੍ਰੀ ਗੁਰ ਅਮਰ ਤਖਤ ਬੈਠਾਰੇ ਅਤੇ ਆਪਣੇ ਗੁਰਤਾ ਗੱਦੀ ਦੇ ਤਖਤ ਦੇ ਉੱਤੇ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗਰੀਬਾਂ ਨੂੰ ਨਵਾਜਣ ਵਾਲੇ ਸਤਿਗੁਰੂ ਜੀ ਉਹਨਾਂ ਨੂੰ ਬਿਰਾਜਮਾਨ ਕਰ ਦਿੱਤਾ ਹੈ। ਦੋਹਰਾ ਗ੍ਰਾਮ ਖਡੂਰ ਗੋਬਿੰਦ ਘਰ ਤਹਿ ਸਿਸਕਾਰੀ ਦੇਹ ਅਤੇ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਜਿਹੜਾ ਅੰਤਮ ਸੰਸਕਾਰ ਹੈ ਨਾ ਉਹ ਭਾਈ ਸਾਹਿਬ ਕਹਿੰਦੇ ਨੇ ਨਗਰ ਗ੍ਰਾਮ ਜਿਹੜਾ ਖਡੂਰ ਸਾਹਿਬ ਨਗਰ ਹੈ ਜਿੱਥੇ ਜੁਲਾਏ ਦਾ ਘਰ ਸੀ ਉਸ ਘਰ ਦੇ ਲਾਗੇ ਹੀ ਸਤਿਗੁਰਾਂ ਦੇ ਪਾਵਨ ਸਰੀਰ ਦਾ ਜਿਹੜਾ ਸੰਸਕਾਰ ਉਹ ਕੀਤਾ ਹੈ। ਅਬਲੋ ਖਰਿਓ ਕਰੀਰ ਤਾਰ ਕਿਲਕ ਲਗਿਓ ਪਗ ਜਿਹੇ ਅਤੇ ਜਿਸ ਜਗ੍ਹਾ ਦੇ ਉੱਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਚਰਨਾਂ ਨੂੰ ਕਰੀਰ ਦੇ ਕਿਲੇ ਦਾ ਠੇਡਾ ਲੱਗਾ ਸੀ ਨਾ ਉਸ ਜਗ੍ਹਾ ਦੇ ਲਾਗੇ ਸਤਿਗੁਰਾਂ ਦਾ ਅੰਤਮ ਸੰਸਕਾਰ ਕੀਤਾ ਤੇ ਉਹ ਜਿਹੜਾ ਕਿਲਾ ਹੈ ਕਰੀਰ ਦੀ ਜਿਹੜੀ ਨਿਸ਼ਾਨੀ ਅੱਜ ਵੀ ਨਗਰ ਖਡੂਰ ਸਾਹਿਬ ਦੇ ਵਿੱਚ ਸੁਭਾਇਮਾਨ ਹੈ। ਸੋ ਇਸ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਸੱਚਖੰਡ ਨੂੰ ਚਲੇ ਗਏ। ਜੋ ਪਈ ਬਾਸਰ ਕੇ ਇੱਕ ਗ੍ਰਾਮ ਸੋ ਨਾਮੂ ਅਤੇ ਬਾਸਰ ਕੇ ਨਗਰ ਹੈ ਇੱਕ ਉਹ ਨਾਂ ਹੈ ਪਿੰਡ ਦਾ ਇਹ ਤੇ ਜੋ ਮਲ ਬਸੇ ਕਰ ਧਾਮੂ ਇਸ ਨਗਰ ਦੇ ਵਿੱਚ ਬਾਬਾ ਤੇਜ ਭਾਣ ਜੀ ਵਸਿਆ ਕਰਦੇ ਹਨ। ਰੂਪ ਕੋਰ ਦਾਰਾ ਤਿਸ ਕੇਰੀ ਇਹਨਾਂ ਦੇ ਜਿਹੜੇ ਧਰਮ ਸੁਪਤਨੀ ਮਹਿਲ ਨੇ ਇਹਨਾਂ ਦੇ ਉਹਨਾਂ ਦਾ ਨਾਮ ਇੱਥੇ ਭਾਈ ਸਾਹਿਬ ਜੀ ਨੇ ਰੂਪ ਕੌਰ ਦੱਸਿਆ ਹੈ। ਤਪਸਾ ਕੀਨ ਸਜਨੋ ਬਡੇਰੀ ਅਤੇ ਬਾਬਾ ਤੇਜ ਭਾਣ ਤੇ ਰੂਪ ਕੌਰ ਜੀ ਉਹਨਾਂ ਨੇ ਵੀ ਬਹੁਤ ਵੱਡੀ ਭਾਰੀ ਤਪੱਸਿਆ ਕੀਤੀ ਹੈ। ਸੋ ਇਤਿਹਾਸ ਦੇ ਵਿੱਚ ਇੱਥੇ ਨਾਂ ਸੁਲੱਖਣੀ ਵੀ ਆਇਆ ਹੈ ਪਰ ਇੱਥੇ ਕਵੀ ਜੀ ਨੇ ਜ਼ਿਕਰ ਕੀਤਾ ਰੂਪ ਕੌਰ ਦਾ। ਸੋ ਜੋ ਦੋਵੇਂ ਬਾਬਾ ਤੇਜ ਭਾਣ ਤੇ ਰੂਪ ਕੌਰ ਜੀ ਦੋਵੇਂ ਜਾਣੇ ਹੀ ਬਹੁਤ ਜ਼ਿਆਦੀ ਵੱਡੀ ਭਾਰੀ ਤਪੱਸਿਆ ਕਰਦੇ ਹਨ ਜਿਸ ਕੋ ਫਲ ਬਿਦਤਿਓ ਅਸ ਆਏ ਅਤੇ ਉਸ ਤਪੱਸਿਆ ਦਾ ਏਡਾ ਵੱਡਾ ਭਾਰੀ ਜਿਹੜਾ ਫਲ ਹੈ ਉਹ ਪ੍ਰਗਟ ਰੂਪ ਵਿੱਚ ਪ੍ਰਗਟ ਹੋਇਆ। ਜਨਮਿਓ ਸੁਤ ਸ਼ੁਭ ਗੁਣ ਸਮੁਦਾਏ ਸ੍ਰੇਸ਼ਟ ਗੁਣਾਂ ਦੇ ਸਹਿਤ ਵੱਡੇ ਭਾਰੀ ਗੁਣਾਂ ਦੇ ਨਾਲ ਗੁਣਾਂ ਦੇ ਖਜ਼ਾਨੇ ਪੁੱਤਰ ਉਹਨਾਂ ਦੇ ਘਰ ਵਿੱਚ ਜਨਮ ਲਿਆ ਹੈ। ਸ੍ਰੀ ਗੁਰ ਅਮਰਦਾਸ ਬਰ ਨਾਮੂ ਅਤੇ ਜਿਨ੍ਹਾਂ ਦਾ ਨਾਮ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿ ਕਰਕੇ ਆਪਾਂ ਯਾਦ ਕਰਦੇ ਹਾਂ ਨਾਮ ਲੈਂਦੇ ਹਾਂ ਸਤਿਗੁਰਾਂ ਦਾ। ਬ੍ਰਹਮ ਗਿਆਨ ਨਿਸ਼ਚਲ ਕੇ ਧਾਮੂ ਅਤੇ ਬ੍ਰਹਮ ਗਿਆਨ ਦੇ ਮਹਾਰਾਜ ਜੀ ਘਰ ਸਨ। ਗੁਰ ਅੰਗਦ ਸੇਵੇ ਇਸ ਰੀਤੀ ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਸੇਵਾਵਾਂ ਇਸ ਪ੍ਰਕਾਰ ਕੀਤੀਆਂ ਇਸ ਤਰ੍ਹਾਂ ਕੀਤੀਆਂ ਹਨ। ਸੁਨ ਰੋਮੰਚ ਹੋਏ ਬਿਸਮਤ ਚੀਤ ਜਦੋਂ ਗੁਰਮੁਖੋ ਉਹਨਾਂ ਦਾ ਇਤਿਹਾਸ ਪੜ੍ਹਦੇ ਆਂ ਵੀ ਕਿਵੇਂ ਸੇਵਾ ਕਮਾਈ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਤੇ ਜਿਹੜੇ ਸਰੀਰ ਦੇ ਲੂੰ ਕੰਡੇ ਹਨ ਉਹ ਖੜੇ ਹੋ ਜਾਂਦੇ ਨੇ। ਏਡੀ ਵੱਡੀ ਭਾਰੀ ਸ਼ਰਧਾ ਦੇ ਸਹਿਤ ਸੇਵਾ ਕਮਾਉਣਾ ਕੀਤੀ ਹੈ। ਜਬ ਹੈ 72 ਬਰਖ ਬੈ ਭਈ ਅਤੇ ਜਦੋਂ ਉਹਨਾਂ ਦੀ ਜਿਹੜੀ ਉਮਰ ਹੈ ਉਹ 72 ਸਾਲ ਦੀ ਹੋਈ ਤਬ ਹੈ ਆਏ ਗੁਰ ਸੇਵਾ ਲਈ ਅਤੇ ਫਿਰ ਆਣ ਕਰਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀਆਂ ਦੇ ਕੋਲ ਆਣ ਕਰਕੇ ਸੇਵਾ ਪ੍ਰਾਪਤ ਹੋਈ। 72 ਸਾਲ ਦੀ ਉਮਰ ਸੀ ਬਜ਼ੁਰਗ ਅਵਸਥਾ ਸੀ। ਉਸ ਵਕਤ ਜਾ ਕਰਕੇ ਸੇਵਾ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੀ। 12 ਸੰਮਤ ਕਰ ਸੁਰਖਾ ਅਤੇ 12 ਸਾਲ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੀ ਹਜ਼ੂਰੀ ਵਿੱਚ ਰਹਿ ਕਰਕੇ
ਪਾਤਸ਼ਾਹ ਜੀ ਦੀਆਂ ਸੇਵਾਵਾਂ ਕਮਾਈਆਂ ਨੇ, ਇਸ਼ਨਾਨ ਕਰਾਉਣ ਦੀ ਸੇਵਾ, ਸੋ ਚਰਨਾਂ ਦੀ ਸੇਵਾ, ਸਾਰੀਆਂ ਸੇਵਾਵਾਂ ਕਮਾਈਆਂ ਹਨ। ਮੁਰਿਓ ਨਾ ਮਨ ਕਬ ਰਹਿਓ ਅਦੁਖਾ, ਅਤੇ ਸਦਾ ਹੀ ਦੁੱਖਾਂ ਸੁੱਖਾਂ ਤੋਂ ਨਿਰਲੇਪ ਰਹਿ ਕਰਕੇ ਸੋ ਕਦੇ ਮਨ ਦੇ ਵਿੱਚ ਨਿਰਾਸ਼ਤਾ ਹੀ ਨਹੀਂ ਪੈਦਾ ਹੋਈ ਵੀ ਸਰੀਰ ਵਡੇਪੇ ਵਿੱਚ ਹੈ, ਬਜ਼ੁਰਗ ਸਰੀਰ ਹੈ, ਸੋ ਅੱਜ ਸੇਵਾ ਰਹਿਣ ਦੇਣੀ ਚਾਹੀਦੀ, ਉਹ ਕੋਈ ਹੋਰ ਸਿੱਖ ਵੀ ਕਰ ਲਵੇ। ਨਹੀਂ, ਸਦਾ ਚੜ੍ਹਦੀ ਕਲਾ ਦੇ ਨਾਲ ਹੀ ਦੁੱਖ ਸੁੱਖ ਤੋਂ ਉੱਪਰ ਉੱਠ ਕਰਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੁਨਿਆਵੀ ਰਿਸ਼ਤਾ ਜਾਣ ਕੇ ਨਹੀਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਸਰੂਪ ਹੀ ਜਾਣ ਕੇ ਸੇਵਾ ਕੀਤੀ, ਉਹਨਾਂ ਦੀ ਪੂਜਾ ਕੀਤੀ ਹੈ। ਸੋ ਉਹਨਾਂ ਦੀ ਮਹਾਨ ਵੱਡੀ ਸੇਵਾ ਵੇਖ ਕਰਕੇ ਜਾਂ ਉਸ ਇਤਿਹਾਸ ਨੂੰ ਪੜ੍ਹ ਕੇ ਸੁਣ ਕੇ ਤਾਂ ਕਵੀ ਜੀ ਵੀ ਕਹਿੰਦੇ, ਭਾਈ ਰਾਮ ਕੋਇਰ ਜੀ ਮਹਾਂਪੁਰਖ ਕਹਿੰਦੇ, ਭਾਈ ਸਰੀਰ ਦੇ ਲੂੰ ਕੰਡੇ ਖੜੇ ਹੋ ਜਾਂਦੇ ਹਨ। ਬੈਸ 84 ਸੰਮਤ ਜਬੈ, ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਉਮਰ 84 ਸਾਲ ਦੀ ਹੋਈ, ਤਖਤ ਜਗਤ ਗੁਰ ਤਾ ਟਿਕ ਤਬੈ, ਫਿਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਕਿਰਪਾ ਕਰਕੇ ਗੁਰਤਾ ਗੱਦੀ ਦਾ ਜਿਹੜਾ ਤਖਤ ਸੀ ਉਸ ਤਖਤ ਦੇ ਉੱਪਰ ਆਪ ਸੁਭਾਈਮਾਨ ਕਰ ਦਿੱਤਾ, ਤਖਤ ਤੇ ਬਿਰਾਜਮਾਨ ਕਰ ਦਿੱਤਾ। ਕਰਿਓ ਪ੍ਰਕਾਸ਼ਨ ਆਪਣੋ ਆਪ, ਜਦੋਂ ਗਰੀਬ ਨਵਾਜ ਧੰਨ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰਤਾ ਗੱਦੀ ਤੇ ਤਖਤ ਤੇ ਬਿਰਾਜਮਾਨ ਹੋ ਕਰਕੇ ਆਪਣੇ ਆਪ ਨੂੰ ਪ੍ਰਕਾਸ਼ ਕੀਤਾ। ਕਹੀ ਪੈਜ ਆਪਣੀ ਕਹੋ ਥਾਪ, ਫਿਰ ਆਪਣੇ ਜਿਹੜੇ ਸਤ ਪ੍ਰਤੱਗੀ ਬਚਨ ਸਨ, ਅਟਲ ਬਚਨ ਸਨ, ਉਹ ਕਹਿ ਦੇਣਾ ਕੀਤੇ ਨੇ ਧਰਮ ਰਾਜੇ ਦੇ ਤਾਈ ਵੀ। ਜਬ ਲਗ ਜਗ ਹਮਰੋ ਤਨ ਰਹਿ, ਸਿੱਧਾ ਜਿਹੀ ਬਚਨ ਕਰ ਦਿੱਤਾ, ਕਹਿਣਾ ਕੀਤਾ ਹੈ, ਭਾਈ ਜਿੰਨਾ ਚਿਰ ਅਸੀਂ ਸਰੀਰ ਕਰਕੇ ਇਸ ਨਗਰੀ ਦੇ ਵਿੱਚ ਰਹਿੰਦੇ ਹਾਂ, ਧਰਮ ਰਾਜੇ ਤੂੰ ਆਪਣੇ ਜਮਦੂਤਾਂ ਨੂੰ ਇਸ ਨਗਰੀ ਦੇ ਵਿੱਚ ਨਹੀਂ ਵੜਨ ਦੇਣਾ। ਸੁਤ ਮ੍ਰਿਤੂ ਮਾਤ ਪਿਤਾ ਨਹਿ ਲਹੈ, ਅਤੇ ਸਾਡੀਆਂ ਅੱਖਾਂ ਦੇ ਸਾਹਮਣੇ ਸੋ ਕਿਸੇ ਵੀ ਮਾਤਾ ਪਿਤਾ ਦਾ ਕੋਈ ਬੱਚਾ ਜਿਹੜਾ ਉਹ ਚੜ੍ਹਾਈ ਨਾ ਕਰੇ, ਇਸ ਕਰਕੇ ਆਪਣੇ ਜਮਦੂਤਾਂ ਨੂੰ ਵਰਜ ਕਰਕੇ ਰੱਖਣਾ ਵੀ ਕਿਸੇ ਮਾਤਾ ਪਿਤਾ ਦੇ ਸਾਹਮਣੇ ਜਿੰਨਾ ਚਿਰ ਅਸੀਂ ਸਰੀਰ ਕਰਕੇ ਹੈ ਉਹਨਾਂ ਚਿਰ ਕਿਸੇ ਬੱਚੇ ਦੀ ਮੌਤ ਨਾ ਹੋਵੇ, ਕੋਈ ਬੱਚਾ ਚੜ੍ਹਾਈ ਨਾ ਕਰੇ, ਇਉਂ ਕਹਿ ਦੇਣਾ ਕੀਤਾ। ਦਵੈ ਬਿੰਸਤ ਦਿੱਲੀ ਉਮਰਾਵ, ਅਤੇ ਜਿਹੜਾ ਦਿੱਲੀ ਦਾ ਬਾਦਸ਼ਾਹ ਹੈ ਇਹਦੇ ਕੋਲ 22 ਸੂਬੇ ਸਨ, ਤੇ ਸਿੱਖ ਮੰਜੀ ਸੋ ਬਿਠਾਵ, ਅਤੇ ਉਨੀਆਂ ਹੀ ਮੰਜੀਆਂ ਥਾਪ ਦਿੱਤੀਆਂ। 22 ਉਹਦੇ ਸੂਬੇ ਨੇ ਤੇ 22 ਸਤਿਗੁਰਾਂ ਨੇ ਮੰਜੀਆਂ ਥਾਪ ਦਿੱਤੀਆਂ। ਗੁਰੂ ਕੇ ਸਿੱਖਾਂ ਨੂੰ ਪ੍ਰਚਾਰ ਦੀ ਮੰਜੀ ਥਾਪੀ ਹੈ, ਸੋ ਸਿੱਖਾਂ ਨੂੰ ਵੱਡੀਆਂ ਸੇਵਾ ਦੇ ਦਿੱਤੀਆਂ। ਕੌਣ ਕੌਣ ਗੁਣ ਤਿੰਨ ਕੇ ਭਣੀ, ਅਤੇ ਭਾਈ ਕਿਹੜੇ ਕਿਹੜੇ ਗੁਣ ਗੁਰੂ ਅਮਰਦਾਸ ਪਾਤਸ਼ਾਹ ਦੇ ਉਹਨਾਂ ਨੂੰ ਯਾਦ ਕੀਤਾ ਜਾਵੇ, ਦੱਸਿਆ ਜਾਵੇ। ਬੇਅੰਤ ਭੰਡਾਰਾ ਹੈ ਸਤਿਗੁਰਾਂ ਦੇ ਗੁਣਾਂ ਦਾ। ਜਲ ਤਰੰਗ ਰਜ ਕਨ ਸਮ ਘਣੀਐ ਹੈ, ਇਉਂ ਮਾਨੋ ਵੀ ਸਤਿਗੁਰੂ ਤਾਂ ਜਿਵੇਂ ਬੱਦਲ ਹੁੰਦਾ ਹੈ ਨਾ, ਉਹ ਭਰਿਆ ਹੁੰਦਾ ਹੈ ਪਾਣੀ ਦਾ, ਤੇ ਉਹ ਫਿਰ ਆਣ ਕਰਕੇ ਵਰਖਾ ਕਰਦਾ ਹੈ। ਜਦੋਂ ਵਰਖਾ ਕਰਦਾ ਹੈ ਤੇ ਜਿਹੜੇ ਤਪਸ਼ ਦੇ ਮਾਰੇ ਜੀਵ ਨੇ ਉਹਨਾਂ ਨੂੰ ਠੰਡ ਵਰਤਦੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਤਾਂ ਐਸੇ ਗੁਣਾਂ ਦੇ ਭਰੇ ਹੋਏ ਬੱਦਲ, ਪਾਣੀ ਇਹਨਾਂ ਦੇ ਵਿੱਚ ਗੁਣਾਂ ਦਾ ਐਸਾ ਹੈ, ਜਦੋਂ ਸ਼੍ਰੇਸ਼ਟ ਗੁਣਾਂ ਦੀ ਗਿਆਨ ਰੂਪੀ ਵਰਖਾ ਕਰਦੇ ਨੇ, ਜਿਹੜੇ ਸਤ ਸੰਸਾਰੀ ਜੀਵ ਵਿਸ਼ਿਆਂ ਵਕਾਰਾਂ ਦੀ ਅੱਗ ਦੇ ਵਿੱਚ ਤੜਫ ਰਹੇ ਹੁੰਦੇ ਨੇ, ਇਹਨਾਂ ਨੂੰ ਸ਼ਾਂਤੀ ਦੇਣ ਵਾਲੇ ਨੇ। ਐਸੇ ਭੰਡਾਰੇ ਨੇ ਸਤਿਗੁਰਾਂ ਦੇ ਕੋਲ, ਐਸਾ ਕਿਰਪਾ ਦਾ ਜਾਲ ਹੈ। ਜਦੋਂ ਗਰੀਬ ਨਵਾਜ ਵਰਖਾ ਕਰਦੇ ਨੇ ਵੀ ਸਾਰਿਆਂ ਨੂੰ ਸ਼ਾਂਤੀ ਬਖਸ਼ਿਸ਼ ਕਰ ਦਿੰਦੇ, ਕਿਉਂਕਿ ਜਦੋਂ ਸਮਾਨ ਦੇ ਵਿੱਚੋਂ ਵਰਖਾ ਹੁੰਦੀ ਫਿਰ ਉੱਚਾ ਨੀਵਾਂ ਥਾਂ ਨਹੀਂ ਵੇਖਦੀ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਨਾਲ ਕੋਈ ਜਾਤ ਪਾਤ ਦਾ, ਕੂਚ ਨੀਚ ਭੇਦ ਭਾਵ ਐਸਾ ਵਿਤਕਰਾ ਕਿਸੇ ਨਾਲ ਵੀ ਨਹੀਂ ਸਨ ਰੱਖਦੇ। ਰਾਮੋ ਨਾਮ ਭਾਰ ਜਾ ਹੈ, ਅਤੇ ਉਹਨਾਂ ਦੇ ਜਿਹੜੇ ਮਹਿਲ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਉਹਨਾਂ ਦਾ ਨਾਮ ਰਾਮੋ ਜੀ ਆਇਆ ਹੈ। ਜਿਸ ਔਰ ਪਤੀ ਬ੍ਰਤ ਬਾਸਾਲ ਹੈ, ਅਤੇ ਬਹੁਤ ਜ਼ਿਆਦਾ ਉਹਨਾਂ ਨੇ ਪ੍ਰਤੀ ਪ੍ਰਤਾ ਧਰਮ ਦੇ ਵਿੱਚ
ਰਹਿਣਾ ਕੀਤਾ ਖੈ, ਪ੍ਰਤੀਬ੍ਰਤਾ ਧਰਮ ਨੂੰ ਕਮਾਉਣਾ ਕੀਤਾ ਖੈ। ਦਵੈ ਸੁਤ ਜਿਸ ਤੇ ਜਨਮਤ ਭਏ, ਅਤੇ ਦੋ ਪੁੱਤਰ ਇਹਨਾਂ ਦੇ ਪਾਵਨ ਕੁੱਖ ਦੇ ਵਿੱਚੋਂ ਜਨਮ ਲਿਆ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੇ ਗ੍ਰਹਿ ਵਿਖੇ ਮੋਹਨ ਨਾਮ ਮੋਹਰੀ ਥਏ, ਅਤੇ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਇਹਨਾਂ ਦੋਹਾਂ ਹੀ ਪੁੱਤਰਾਂ ਦੇ ਨਾਮ ਹਨ। ਉਪਜੀ ਸੁਤਾ ਨਾਮ ਜਿਸ ਭਾਨੀ, ਇਹਨਾਂ ਦੇ ਘਰ ਦੇ ਵਿੱਚ ਪੁੱਤਰੀ ਨੇ ਜਨਮ ਲਿਆ ਹੈ, ਜਿਸ ਦਾ ਨਾਮ ਬੀਬੀ ਭਾਨੀ ਜੀ ਰੱਖਿਆ। ਜਿਸ ਤਰ੍ਹਾਂ ਕਵੀ ਜੀਆਂ ਨੇ ਪਿੱਛੇ ਵੀ ਦੱਸਿਆ ਨਾ ਕਿ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ, ਬਾਬਾ ਦਾਸੂ ਜੀ ਤੇ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ। ਅਤੇ ਬੀਬੀ ਅਮਰੋ ਜੀ ਦਾ ਵੀ ਜਨਮ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਗ੍ਰਹਿ ਵਿਖੇ ਹੋਇਆ ਸੀ। ਇੱਥੇ ਵੀ ਕਵੀ ਜੀ ਨੇ ਪਹਿਲਾਂ ਦੋਹਾਂ ਮਹਾਂਪੁਰਖਾਂ ਦੇ ਨਾਮ ਦਾ ਜ਼ਿਕਰ ਕੀਤਾ, ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ, ਤੇ ਨਾਲ ਹੁਣ ਦੱਸਦੇ ਆ ਵੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੇ ਘਰ ਪੁੱਤਰੀ ਨੇ ਜਨਮ ਲਿਆ, ਜਿਸ ਦਾ ਨਾਮ ਬੀਬੀ ਭਾਨੀ ਹੈ। ਆਪਰ ਨ ਪਿਖੀਏ ਜਾਹੇ ਸਮਾਨੀ, ਅਤੇ ਹੋਰ ਇਹਨਾਂ ਦੇ ਬਰਾਬਰਤਾਈ ਕਰਨ ਵਾਲਾ ਕੋਈ ਨਜ਼ਰ ਨਹੀਂ ਆਉਂਦੀ, ਕੋਈ ਬੀਬੀ ਜਿਹਦੇ ਵਿੱਚ ਏਡੇ ਵੱਡੇ ਭਾਰੇ ਗੁਣ ਹੋਣ। ਅਪਰਮਾਨ ਬਰ ਭਾਗ ਮਹਾਨਾ, ਇਹ ਵੱਡਿਆਂ ਭਾਗਾਂ ਵਾਲੇ ਨੇ ਬੀਬੀ ਭਾਨੀ ਜੀ, ਸਾਰੇ ਗੁਣਾ ਕਰਕੇ ਸਮਰੱਥ ਨੇ, ਵੱਡੇ ਹਨ। ਜਿਸ ਕੋ ਪਿਤਾ ਗੁਰੂ ਜਗ ਮਾਨਾ, ਜਿਨ੍ਹਾਂ ਦੇ ਪਿਤਾ ਨੂੰ ਵੀ ਸੰਸਾਰ ਦੇ ਵਿੱਚ ਗੁਰੂ ਦਾ ਰੁਤਬਾ ਮਿਲਿਆ ਹੋਇਆ, ਗੁਰੂ ਦਾ ਰੂਪ ਸਨ, ਗੁਰੂ ਸਨ, ਜਿਨ੍ਹਾਂ ਦੇ ਪਿਤਾ ਵੀ ਜਗਤ ਦੇ ਗੁਰੂ ਹੋਏ ਹਨ। ਹੁਣ ਭਰਤਾ ਨੇ ਗੁਰਤਾ ਪਾਈ, ਫੇਰ ਬੀਬੀ ਭਾਨੀ ਜੀ ਦੇ ਪਤੀ ਜੀ ਧੰਨ ਗੁਰੂ ਰਾਮਦਾਸ ਪਾਤਸ਼ਾਹ, ਉਹਨਾਂ ਨੇ ਵੀ ਗੁਰਤਾ ਗੱਦੀ ਤੇ ਬਿਰਾਜਨਾ ਕੀਤਾ। ਜਿਨਹੁ ਉਦਾਰੇ ਨਰ ਸਮੁਦਾਇ, ਸਮਰੱਥ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਦਾ ਨੇਕਾ ਜੀਵਾਂ ਦਾ ਉਧਾਰ ਕੀਤਾ, ਅੱਜ ਵੀ ਕਰਦੇ ਹਨ। ਪੁਨਹ ਜਗਤ ਕੋ ਗੁਰ ਸੁਤ ਭਇਓ, ਫੇਰ ਬੀਬੀ ਭਾਨੀ ਜੀ ਦੇ ਪੁੱਤਰ ਨੂੰ ਗਾਂ ਵਡਿਆਈ ਇਸ ਘਰ ਦੇ ਵਿੱਚੋਂ ਮਿਲੀ, ਉਹ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਸੁਜਸ ਪ੍ਰਕਾਸ਼ ਦਸਹੁ ਦਿਸ ਕਯੋ, ਉੱਥੇ ਤਾਂ ਫਿਰ ਸਾਰੇ ਸੰਸਾਰ ਦੇ ਵਿੱਚ ਹੀ ਵੱਡਾ ਭਾਰੀ ਜਸ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦਾ ਸਾਰੇ ਦਸਾਂ ਦਿਸ਼ਾਂ ਦੇ ਵਿੱਚ ਹੀ ਹੋਇਆ ਹੈ। ਜਾਂਤੇ ਬੋ ਬੜ ਭਾਗਾ ਭਾਨੀ, ਅਤੇ ਇਸ ਕਰਕੇ ਕਹਿੰਦੇ ਨੇ ਵੀ ਅਸੀਂ ਜ਼ਿਕਰ ਕੀਤਾ ਵੱਡਿਆਂ ਭਾਗਾਂ ਵਾਲੇ ਹੋਏ ਨੇ ਬੀਬੀ ਭਾਨੀ ਜੀ। ਜਹ ਕਹਿ ਪ੍ਰਗਟ ਨਾਮ ਜਗ ਜਾਨੀ, ਹਰ ਇੱਕ ਥਾਂ ਤੇ ਇਹਨਾਂ ਦਾ ਨਾਮ ਪ੍ਰਗਟ ਹੈ ਤੇ ਬੜੇ ਅਦਬ ਸਤਿਕਾਰ ਨਾਲ ਲਿਆ ਜਾਂਦਾ ਹੈ। ਸ੍ਰੀ ਗੁਰ ਅਮਰ ਪੁੱਤਰ ਬੜ ਮੋਹਨ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸਤਿਗੁਰਾਂ ਦੇ ਵੱਡੇ ਪੁੱਤਰ ਨੇ ਬਾਬਾ ਮੋਹਨ ਜੀ। ਦੇਵ ਬਧੂ ਜਿਸ ਕਰੇ ਨਾ ਮੋਹਨ, ਜਿਨ੍ਹਾਂ ਨੂੰ ਕੋ ਵਿਸ਼ੇ ਵਖਾਰ ਕੋ ਦੇਵਤਿਆਂ ਦੀਆਂ ਪਸ਼ਰਾ ਸੋਏ ਕੁਝ ਪੋ ਨਹੀਂ ਸਕਦੀਆਂ, ਵਿਸ਼ੇ ਵਕਾਰ ਨੇੜੇ ਦੀ ਵੀ ਨਹੀਂ ਸੀ ਜਾ ਸਕਦੇ, ਦੇਵ ਲੋਕ ਦੀਆਂ ਪਸ਼ਰਾ ਵੀ ਨੇੜੇ ਨਹੀਂ ਸੀ ਆ ਸਕਦੀਆਂ। ਸਿਰ ਤੇ ਨਗਨ ਰਹਿ ਉਨਮਤਿਆ, ਅਤੇ ਆਪਣੇ ਸੀਸ ਤੋਂ ਜਿਹੜਾ ਕੋਈ ਬਸਤਰ ਹੈ ਉਹ ਘੱਟ ਹੀ ਪਹਿਨ ਕਰਕੇ ਰੱਖਦੇ ਸੀ, ਮਸਤੀ ਸੁਭਾਅ ਦੇ ਸਨ। ਰਿਦੇ ਗਿਆਨ ਦਿੜ ਚੇਤਨ ਸਤਿਆ, ਸਤਿਗੁਰਾਂ ਦੇ ਸੁਪੁੱਤਰ ਹੋਣ ਕਰਕੇ ਹਿਰਦੇ ਦੇ ਵਿੱਚ ਬ੍ਰਹਮ ਗਿਆਨ ਦ੍ਰਿੜ ਹੈ, ਸਤ ਚੇਤਨ ਕਰਕੇ ਕਬ ਜੁਗ ਹਾਥਨ ਕਰੇ ਆਹਾਰੇ, ਆਪਣੀ ਮੌਜ ਦੇ ਵਿੱਚ ਹੀ ਰਹਿੰਦੇ ਆ। ਕਦੇ ਕਦੇ ਲੰਮਾ ਸਮਾਧਾ ਲਾ ਲੈਂਦੇ, ਕਦੇ ਦੋ ਹੱਥਾਂ ਨਾਲ ਉੱਠ ਕਰਕੇ ਭੋਜਨ ਪ੍ਰਸ਼ਾਦਾ ਛਕਦੇ ਹਨ। ਰਹੇ ਇਕਾਂਤ ਏਕ ਚੋਬਾਰੇ, ਇੱਕ ਚੁਬਾਰੇ ਦੇ ਵਿੱਚ ਇਕਾਂਤ ਜਗ੍ਹਾ ਤੇ ਬਿਰਾਜਮਾਨ ਹੋ ਕਰਕੇ ਚੌਂਕੜਾ ਹੀ ਲਾ ਲੈਂਦੇ ਹਨ। ਨਮਰ ਪਇਓ ਨਾ ਕਿਸੇ ਅਗਾਰੀ, ਪਰ ਬਾਬਾ ਮੋਹਨ ਜੀ ਨੇ ਕਿਸੇ ਦੇ ਅੱਗੇ ਨਿਆਉਣਾ ਨਹੀਂ ਕੀਤਾ। ਕੋਈ ਵੀ ਹੋਇਆ, ਕੋਈ ਵੀ ਮਸਲਾ ਆਪਣੇ ਮਸਤ ਸੁਭਾਅ ਦੇ ਵਿੱਚ ਹੀ ਰਹੇ, ਪਰਮੇਸ਼ਰ ਨਾਲ ਸੁਰਤੀ ਬਿਰਤੀ ਜੋੜ ਕੇ ਰੱਖੀ, ਕਿਸੇ ਦੇ ਅੱਗੇ ਨਿਉਏ ਨਹੀਂ, ਆਪਣੀ ਮੌਜ ਵਿੱਚ ਆ ਕੇ ਜੋ ਬਚਨ ਬਲਾਸ ਕਰਨਾ ਇਸ ਤਰ੍ਹਾਂ ਕਰਦੇ ਸਨ। ਅਹੰ ਬ੍ਰਹਮ ਔਰ ਮਹਿ ਦਿੜ ਭਾਰੀ, ਅਤੇ ਖਿਰਦੇ ਦੇ ਵਿੱਚ ਬ੍ਰਹਮ ਗਿਆਨ ਹੋਣ ਕਰਕੇ ਥੋੜਾ ਜਿਹਾ
ਸਤਿਗੁਰਾਂ ਦੇ ਸੁਪੁੱਤਰ ਹੋਣ ਕਰਕੇ ਵੀ ਐਸਾ ਸੁਭਾਅ ਬਣਿਆ ਹੋਇਆ ਸੀ। ਅਨੁਜ ਮੋਹਰੀ ਸੁਮਤ ਮਹਾਨੇ। ਅਤੇ ਛੋਟੇ ਸੁਪੁੱਤਰ ਨੇ ਗੁਰੂ ਅਮਰਦਾਸ ਪਾਤਸ਼ਾਹ ਦੇ ਬਾਬਾ ਮੋਹਰੀ ਜੀ, ਉਹ ਵੀ ਬਹੁਤ ਸ੍ਰੇਸ਼ਟ ਗੁਣਾਂ ਦੇ ਨਾਲ ਭਰਪੂਰ ਹਨ। ਪਿਤਾ ਬਾਕ ਸਾਦਰ ਜਿਨ ਮਾਨੇ। ਉਹਨਾਂ ਨੇ ਪਿਤਾ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਬਚਨ ਬੜੇ ਅਦਬ ਸਤਿਕਾਰ ਨਾਲ ਮੰਨਣਾ ਕੀਤੀ ਸੀ। ਜਦੋਂ ਸਤਿਗੁਰਾਂ ਕਿਹਾ ਸੀ ਕਿ ਧੰਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਚਰਨ ਪਰਸਨਾ ਕਰੋ, ਬਾਬਾ ਮੋਹਰੀ ਜੀਆਂ ਨੇ 7 ਬਚਨ ਕਹਿ ਕਰਕੇ ਪਾਤਸ਼ਾਹ ਨੂੰ ਨਮਸਕਾਰ ਕੀਤੀ ਸੀ। ਦੋਹਰਾ ਜਗ ਸਾਗਰ ਕੋ ਤਾਰਬੇ, ਸਗਰੀ ਸੰਗਤ ਪਾਰ। ਸਾਰੀ ਸੰਗਤ ਦੇ ਪਾਰ ਉਤਾਰੇ ਵਾਸਤੇ, ਸਾਰੇ ਜਗਤ ਨੂੰ ਪਾਰ ਉਤਾਰਨ ਦੇ ਲਈ ਭਇਓ ਮੋਹਰੀ ਠਾਨ ਮਹਾ ਉਪਕਾਰ। ਤੇ ਬਾਬਾ ਮੋਹਰੀ ਜੀ ਸਭ ਤੋਂ ਮੂਹਰੇ ਹੋਏ ਸਨ, ਅੱਗੇ ਹੋ ਕਰਕੇ ਨਮਸਕਾਰ ਕੀਤੀ ਸੀ ਗੁਰੂ ਰਾਮਦਾਸ ਪਾਤਸ਼ਾਹ ਨੂੰ। ਚੌਪਈ ਦਵੈ ਬਿੰਸਤ ਸੰਮਤ ਹੋਇ ਇਕ ਰਸ। ਇਸ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ 22 ਸਾਲ ਇੱਕ ਰਸ ਆਨੰਦ ਦੇ ਸਹਿਤ ਪੰਚਮਾਸ ਅਰ ਦਿਵਸ ਇਕਾਦਸ। ਅਤੇ 5 ਮਹੀਨੇ ਅਤੇ 21 ਦਿਨ ਤੱਕ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਸੁਭਾਈਮਾਨ ਹੋ ਕਰਕੇ ਬਖਸ਼ਿਸ਼ਾਂ ਕੀਤੀਆਂ। ਗੁਰਤਾ ਗਾਦੀ ਕੀਨ ਆਬਾਦੀ। ਗੁਰਤਾ ਗੱਦੀ ਤੇ ਬਿਰਾਜਮਾਨ ਹੋਣਾ ਕੀਤਾ ਪਾਤਸ਼ਾਹ ਜੀਆਂ ਨੇ 22 ਸਾਲ 5 ਮਹੀਨੇ ਅਤੇ 21 ਦਿਨ। ਗਨ ਔਰ ਦਈ ਗਿਆਨ ਕੀ ਸ਼ਾਦੀ। ਅਤੇ ਗਿਆਨ ਦੀ ਵੱਡੀ ਭਾਰੀ ਦਾਤ ਜਿਹੜੀ ਖੁਸ਼ੀ ਹੈ ਸਾਰਿਆਂ ਦੇ ਵਿੱਚ ਵਰਤਾਈ ਹੈ। 16/7/21 ਫੇਰ। ਅਤੇ 1631 ਸੰਮਤ ਨੂੰ ਭਾਦੋ ਸੁਦ ਪੂਰਨਮਾ ਹੇਰ। ਭਾਦਰੋਂ ਸੁਦੀ ਪੂਰਨਮਾਸ਼ੀ ਵਾਲੇ ਦਿਨ ਤਨ ਕੋ ਤਜ ਬੈਕੁੰਠ ਸਿਧਾਰੇ। ਆਪਣੇ ਪਾਵਨ ਤਨ ਸਰੀਰ ਨੂੰ ਛੱਡ ਕਰਕੇ ਤੇ ਮਹਾਰਾਜ ਜੀ ਸੱਚਖੰਡ ਨੂੰ ਚਲੇ ਗਏ। ਹਮਸੇ ਜਿਨ ਬੋ ਪਤਿਤ ਉਧਾਰੇ। ਸਾਡੇ ਵਰਗੇ ਪਤਾ ਨਹੀਂ ਕਿੰਨੇ ਪਤਤ ਪਾਪੀ ਜਿਹੜੇ ਜਿਨ੍ਹਾਂ ਦਾ ਉਧਾਰ ਕੀਤਾ ਹੈ। 168 ਬਰਖ ਬੈ ਲਹੀ। ਅਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਉਮਰ ਵੀ ਕਾਫੀ ਜਿਹੜੀ ਉਹਨਾਂ ਨੇ ਸਰੀਰ ਕਰਕੇ ਤਨ ਕਰਕੇ ਭੋਗਣਾ ਕੀਤੀ, ਸੰਸਾਰ ਦੇ ਉੱਤੇ ਰਹੇ ਹਨ, ਸਰੀਰ ਕਰਕੇ ਦਰਸ਼ਨ ਦਿਦਾਰ ਬਖਸ਼ਿਸ਼ ਕੀਤੇ ਹਨ। ਸੰਮਤ ਖਸ਼ਟ ਔਰ ਥੀ ਰਹੀ। ਅਤੇ 6 ਸਾਲ ਅਜੇ ਹੋਰ ਉਮਰ ਕਵੀ ਜੀ ਕਹਿੰਦੇ ਉਹ ਰਹਿੰਦੀ ਸੀ। ਗੁਰਤਾ ਸਹਿਤ ਦਈ ਹਰ ਖਾਏ। ਉਹ ਗੁਰਤਾ ਗੱਦੀ ਦੇ ਨਾਲ ਹੀ ਪ੍ਰਸੰਨ ਹੋ ਕਰਕੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀਆਂ ਸੇਵਾਵਾਂ ਤੋਂ ਸ੍ਰੀ ਗੁਰੂ ਰਾਮਦਾਸ ਬੈਠਾਏ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਨੂੰ ਗੁਰਤਾ ਗੱਦੀ ਦੇ ਨਾਲ ਹੀ ਸੌਂਪ ਦੇਣਾ ਕੀਤੀ ਸੀ। ਤੇ ਗੁਰਤਾ ਗੱਦੀ ਤੇ ਗਰੀਬ ਨਵਾਜ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਸੁਭਾਈਮਾਨ ਕੀਤਾ। ਲਵਪੁਰ ਮਹਿ ਛਤਰੀ ਹਰਦਾਸ। ਲਾਹੌਰ ਸ਼ਹਿਰ ਦੇ ਵਿੱਚ ਖੱਤਰੀ ਕੁਲ ਦੇ ਵਿੱਚੋਂ ਬਾਬਾ ਹਰਦਾਸ ਜੀ ਜਿਹੜੇ ਖੱਤਰੀ ਹਨ ਉਹ ਰਹਿੰਦੇ ਹਨ ਲਾਹੌਰ ਸ਼ਹਿਰ ਦੇ ਵਿੱਚ। ਸੋਢੀ ਕੁਲ ਹੈ। ਮਹਾ ਸੁਸ਼ੀਲ ਸੁਕ੍ਰਿਤਨ ਰਾਸ। ਬੜੇ ਸ਼ਾਂਤ ਸੁਭਾਅ ਵਾਲੇ ਤੇ ਬੜੀ ਸੁੱਚੀ ਕਿਰਤ ਕਰਦੇ ਹਨ। ਖੇਮ ਕੋਇਰ ਜਿਸ ਕੇ ਘਰ ਦਾਰਾ। ਅਤੇ ਉਹਨਾਂ ਦੇ ਧਰਮ ਸਪਤਨੀ, ਉਹਨਾਂ ਦਾ ਨਾਮ ਖੇਮ ਕੌਰ ਜੀ ਇੱਥੇ ਕਵੀ ਜੀ ਨੇ ਜ਼ਿਕਰ ਕੀਤਾ ਹੈ। ਸੋ ਹੋਰ ਵਿਦਵਾਨਾਂ ਨੇ ਜਿੱਥੇ ਦਇਆਵੰਤੀ, ਦਇਆ ਕੌਰ ਇਸ ਤਰ੍ਹਾਂ ਵੀ ਜ਼ਿਕਰ ਕੀਤਾ ਹੈ। ਨਿਤ ਕਾਰ ਨਿਤ ਪਤ ਬ੍ਰਤ ਪ੍ਰਤ ਪਾਰਾ। ਬੜੇ ਪਿਆਰ ਬੜੇ ਅਦਬ ਸਤਿਕਾਰ ਦੇ ਸਹਿਤ ਉਹਨਾਂ ਨੇ ਪ੍ਰਤੀਪ੍ਰਤਾ ਧਰਮ ਜਿਹੜਾ ਉਹਨੂੰ ਪਾਲਿਆ ਹੈ। ਤਿਨ ਤੇ ਉਤਪਤ ਭਏ ਸੁਨੰਦ। ਉਹਨਾਂ ਦੇ ਕੁਲ ਦੇ ਵਿੱਚੋਂ ਬਾਬਾ ਹਰਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਖੇਮ ਕੌਰ ਜੀ ਦੀ ਕੁੱਖ ਤੋਂ ਪੁੱਤਰ ਨੇ ਜਨਮ ਲਿਆ ਹੈ। ਸ੍ਰੀ ਗੁਰੂ ਰਾਮਦਾਸ ਕੁਲ ਚੰਦ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੋਢੀ ਕੁਲ ਦੇ ਚੰਦ ਸਰੂਪ ਮੇਰੇ ਪਾਤਸ਼ਾਹ। ਭਏ ਸੋ ਕੁਲ ਭੱਲਿਅਨ ਕੇ ਭੂਖਨ। ਅਤੇ ਦੂਸਰੇ ਪਾਸੇ ਜ਼ਿਕਰ ਕਰਦੇ ਆ, ਕਹਿੰਦੇ ਨੇ ਭੱਲਿਆਂ ਦੀ ਕੁਲ ਜਿਹੜੀ ਗਹਿਣੇ ਦੀ ਤਰ੍ਹਾਂ ਹੈ। ਸੋ ਭੱਲਿਆਂ ਦੀ ਕੁਲ ਦੇ ਵਿੱਚ ਭਾਨੀ ਤਿਨ ਕੀ ਸੁਤਾ ਅਦੁਖਨ। ਪਵਿੱਤਰ ਆਤਮਾ ਵਾਲੇ ਬੀਬੀ ਭਾਨੀ ਜੀ ਉਹਨਾਂ ਦਾ ਜਨਮ ਹੋਇਆ
ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੇ ਗ੍ਰਹਿ ਵਿਖੇ ਸੋਢੀ ਬੰਸ ਚੰਦ ਕੋ ਬਿਆਹੀ ਉਹ ਸੋਢੀ ਵੰਸ਼ ਦੇ ਚੰਦ ਸਰੂਪ ਸਿਰਮੌਰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਵਿਆਹੇ ਸਨ। ਰਹੀ ਜੋ ਬਹੁ ਪਿਤ ਕੇ ਟਿਕ ਚਾਹੀ ਇਸ ਤਰ੍ਹਾਂ ਵੱਡੀਆਂ ਸੇਵਾਵਾਂ ਕਮਾਉਂਦਿਆਂ ਆਪਣੇ ਪਤੀ ਦੇ ਸਹਿਤ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੀਆਂ ਵਡਮੁੱਲੀਆਂ ਸੇਵਾਵਾਂ ਕਮਾਈਆਂ ਅਤੇ ਬਹੁਤਾ ਲੰਮਾ ਸਮਾਂ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਦੀ ਸੇਵਾ ਕੀਤੀ ਹੈ। ਗੋਇੰਦਵਾਲ ਪੁਰੀ ਬਖਿਆਤੀ ਅਤੇ ਜਿੱਥੇ ਸ੍ਰੀ ਗੋਇੰਦਵਾਲ ਸਾਹਿਬ ਤੀਰਥ ਜਿਹੜਾ ਪ੍ਰਗਟ ਕੀਤਾ ਸਤਿਗੁਰਾਂ, ਤਹਾਂ ਬਸਤ ਬੀਤੇ ਦਿਨ ਰਾਤੀ ਉਥੇ ਆਪਣੇ ਆਨੰਦ ਕਾਰਜ ਹੋਣ ਤੋਂ ਬਾਅਦ ਵੀ ਉੱਥੇ ਰਹੇ ਹਨ। ਤੀਨ ਪੁੱਤਰ ਉਪਜੇ ਤਿਨ ਕੇਰੇ ਤਿੰਨ ਪੁੱਤਰ ਉਹਨਾਂ ਦੀ ਕੁੱਖ ਦੇ ਵਿੱਚੋਂ ਪੈਦਾ ਹੋਏ ਨੇ, ਜਨਮ ਲਿਆ ਹੈ। ਸ਼੍ਰੀ ਅਰਜਨ ਪ੍ਰਿਥਿਆ ਸੋ ਬਡੇਰੇ ਇੱਕ ਤਾਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਅਤੇ ਵੱਡੇ ਸਨ ਸਾਰਿਆਂ ਤੋਂ ਬਾਬਾ ਪ੍ਰਿਥੀ ਚੰਦ ਜੀ। ਪ੍ਰਿਥੀਏ ਮਹਾਦੇਵ ਜਿਹ ਨਾਮ ਬਾਬੇ ਪ੍ਰਿਥੀ ਚੰਦ ਜੀ ਤੋਂ ਛੋਟੇ ਭਰਾਤਾ ਬਾਬਾ ਨਾਮਾਦੇਵ ਜੀ ਸਨ ਤੇ ਸਭ ਤੋਂ ਛੋਟੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਗਰੀਬ ਨਵਾਜ ਸਤਿਗੁਰੂ ਮਹਾ ਗੰਭੀਰ ਧੀਰ ਅਬਿਰਾਮ ਅਤੇ ਬਹੁਤ ਹੀ ਡੂੰਘੀ ਸੁਭਾਅ ਵਾਲੇ ਡੂੰਘੀ ਬਿਰਤੀ ਦੇ ਮਾਲਕ ਸਤਿਗੁਰੂ ਚੋਜੀ ਪ੍ਰੀਤਮ ਸ੍ਰੇਸ਼ਟ ਸਰੂਪ ਦੇ ਮਾਲਕ ਮੇਰੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜਗ ਭਾਇਓ ਅਤੇ ਜਗਤ ਦੇ ਲੋਕ ਜਿਹੜੇ ਨੇ ਸਤਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਬੜਾ ਹੀ ਪਿਆਰ ਕਰਦੇ ਸਨ। ਗੁਣ ਅਨੇਕ ਜੁਤ ਤਖਤ ਸੁਹਾਇਓ ਗਰੀਬ ਨਵਾਜ ਪਾਤਸ਼ਾਹ ਜਦੋਂ ਨੇਕਾਂ ਗੁਣਾਂ ਦੇ ਸਹਿਤ ਹੋ ਕਰਕੇ ਗੁਰਤਾ ਗੱਦੀ ਤੇ ਤਖਤ ਤੇ ਬਿਰਾਜੇ ਮੇਰੇ ਸਤਿਗੁਰੂ। ਸੰਮਤ ਖਸ਼ਟ ਇਕਾਦਸ ਮਾਸ ਇਸ ਤਰ੍ਹਾਂ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਚੋਜੀ ਪ੍ਰੀਤਮ ਸਤਿਗੁਰੂ ਜੀ 6 ਸਾਲ ਅਤੇ 1 ਮਹੀਨਾ ਦਿਵਸ ਅਸ਼ਟ 10 ਸ੍ਰੀ ਸੁਖ ਰਾਸ ਸੁੱਖਾਂ ਨੂੰ ਦੇਣ ਵਾਲੇ ਸਤਿਗੁਰੂ ਜੀ 18 ਦਿਨ ਉੱਪਰ 6 ਸਾਲ 1 ਮਹੀਨਾ ਅਤੇ 18 ਦਿਨ ਗੁਰਤਾ ਗਾਦੀ ਪਰ ਥਿਤ ਰਹੇ ਗੁਰਤਾ ਗੱਦੀ ਤੇ ਗਰੀਬ ਨਵਾਜ ਬਿਰਾਜਮਾਨ ਰਹੇ ਹਨ। ਜਿਨ ਤੇ ਅਨੇਕ ਦਾਸ ਗਤ ਲਹੇ ਬਹੁਤੇ ਜ਼ਿਆਦੇ ਸੇਵਕਾਂ ਨੂੰ ਮੁਕਤੀ ਦੀ ਦਾਤ ਬਖਸ਼ਿਸ਼ ਕੀਤੀ ਤੇ ਅੱਜ ਵੀ ਮੁਕਤੀ ਦੀ ਦਾਤ ਲੈ ਰਹੇ ਨੇ ਸੇਵਕ। 16/7/38 ਸਾਲ ਜਦੋਂ 1638 ਸੰਮਤ ਹੋਈ ਭਾਦੋ ਸੁਦੀ ਤੀਜ ਗੁਰ ਦਿਆਲ ਅਤੇ ਭਾਦੋਂ ਸੁਦੀ ਤੀਜੀ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾਲੂ ਦਿਆਲੂ ਪਾਤਸ਼ਾਹ ਤਾਜ ਸਰੀਰ ਬੈਕੁੰਠ ਪਧਾਰੇ ਅਤੇ ਆਪਣਾ ਸਰੀਰ ਛੱਡ ਕਰਕੇ ਸੱਚਖੰਡ ਨੂੰ ਗਰੀਬ ਨਵਾਜ ਚਲੇ ਗਏ। ਸ੍ਰੀ ਅਰਜਨ ਜੀ ਤਖਤ ਬਿਠਾਰੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਤਖਤ ਦੇ ਉੱਪਰ ਬਿਠਾ ਕਰਕੇ ਹੁਣ ਸੋਢਿਨ ਕੁਲ ਮਹਿ ਗੁਰ ਆਈ ਫਿਰ ਇਸ ਤੋਂ ਅੱਗੇ ਸੋਢੀਆਂ ਦੀ ਕੁਲ ਦੇ ਵਿੱਚ ਹੀ ਗੁਰਤਾ ਗੱਦੀ ਰਹੀ ਹੈ। ਹੋਤ ਭਈ ਗੁਰ ਦਸਵੇਂ ਤਾਈ 10ਵੇਂ ਪਾਤਸ਼ਾਹ ਦੇ ਤਾਈ ਹੀ ਸੋਢੀਆਂ ਦੀ ਕੁਲ ਦੇ ਵਿੱਚੋਂ ਹੀ ਗੁਰੂ ਜਿਹੜੇ ਨੇ ਉਹ ਵਾਰ-ਵਾਰ ਜਦੋਂ ਤਖਤ ਦੇ ਉੱਤੇ ਬਿਰਾਜਮਾਨ ਹੁੰਦੇ ਰਹੇ ਨੇ ਸਮਾਂ ਪਾ ਪਾ ਕੇ। ਪੰਚਮ ਪਾਤਸ਼ਾਹ ਜਬ ਭਏ ਜਿਸ ਵਕਤ 5ਵੇਂ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਤਾਲ ਸੁਦਾਸਰ ਤਬ ਨਿਰਮਏ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਸਨ ਉਦੋਂ ਅੰਮ੍ਰਿਤਸਰ ਸਾਹਿਬ ਦੇ ਪਾਵਨ ਸਰੋਵਰ ਦਾ ਨਿਰਮਾਣ ਹੋਇਆ, ਸੇਵਾ ਹੋਈ ਹੈ। ਬੀੜ ਗ੍ਰੰਥ ਸਾਹਿਬ ਕੀ ਹੋਈ ਕਲਯੁਗੀ ਜੀਵਾਂ ਤੇ ਪਰਉਪਕਾਰ ਕਰਦਿਆਂ ਗੁਰਬਾਣੀ ਦਾ ਸੁੰਦਰ ਇਕੱਤਰ ਕਰਕੇ ਸਾਰੀ ਗੁਰਬਾਣੀ ਨੂੰ ਤੇ ਸੁੰਦਰ ਜਿਹੜੀ ਬੀੜ ਉਹ ਤਿਆਰ ਕਰਵਾਈ ਸੀ। ਜਿਸ ਪਠ ਕੈ ਗਤ ਲਹਿ ਸਭ ਕੋਈ ਜਿਸ ਗੁਰਬਾਣੀ ਨੂੰ ਪੜਨ ਸੁਣਨ ਵਾਲਾ ਭਈ ਮੁਕਤੀ ਨੂੰ ਪ੍ਰਾਪਤ ਹੋ ਜਾਂਦਾ ਹੈ। ਜਿਹੜਾ ਗੁਰਬਾਣੀ ਪੜ੍ਹਦਾ ਉਹਨੂੰ ਗੁਰੂ ਘਰ ਦੇ ਵਿੱਚੋਂ ਮੁਕਤੀ ਦੀ ਦਾਤ ਬਖਸ਼ਿਸ਼ ਹੁੰਦੀ ਹੈ। ਗੰਗਾ ਨਾਮ ਪਾਰ ਜਾ ਵਿਆਹੀ ਅਤੇ ਇਹਨਾਂ ਦੇ ਮਹਿਲ ਉਹਨਾਂ ਦਾ ਨਾਮ ਗੰਗਾ ਜੀ ਸੀ।
ਸਿੱਖ ਜਗਤ ਉਹਨਾਂ ਨੂੰ ਸਤਿਕਾਰਯੋਗ ਮਾਤਾ ਗੰਗਾ ਜੀ ਕਹਿ ਕਰਕੇ ਬੁਲਾਉਂਦੇ ਹਨ, ਯਾਦ ਕਰਦੇ ਹਨ। ਸਾਧਵੀ ਕੇ ਗੁਣ ਸਭ ਜਿਸ ਮਾਹੀ, ਅਤੇ ਸਾਰੇ ਸ੍ਰੇਸ਼ਟ ਗੁਣਾਂ ਦਾ ਭਰਪੂਰ ਖਜ਼ਾਨਾ ਸੀ ਮਾਤਾ ਗੰਗਾ ਜੀ। ਨੰਦਨ ਉਪਜਿਓ ਇੱਕ ਕੁਲ ਚੰਦ, ਇਹਨਾਂ ਦੇ ਘਰ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਪਵਿੱਤਰ ਕੁੱਖ ਤੋਂ ਇੱਕ ਪੁੱਤਰ ਜਿਹੜਾ ਹੈ ਉਹਨੇ ਜਨਮ ਲਿਆ ਹੈ। ਵੱਡ ਤਨੂ ਧਾਰ ਸ੍ਰੀ ਹਰਿ ਗੋਬਿੰਦ, ਅਤੇ ਵੱਡ ਧਨੁਖ ਧਾਰੀ ਸਨ, ਸ਼ਸਤਰਾਂ ਦੇ ਧਾਰੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। ਧੀਰ ਧਰਮ ਤਵਜ ਸ੍ਰੀ ਗੁਰ ਅਰਜਨ, ਅਤੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਧੀਰਜ ਧਾਰੀ ਸਨ ਔਰ ਧਰਮ ਦੇ ਧੁਜਾ ਹਨ। ਵਿਸ ਤੀਰਥ ਜਿਤ ਕਿਤ ਜਸ ਅਰਜੁਨ, ਅਤੇ ਸਾਰੇ ਥਾਵਾਂ ਤੇ ਸਤਿਗੁਰਾਂ ਦੀ ਸੋਭਾ ਵਡਿਆਈ ਜਿਹੜੀ ਉਹ ਪ੍ਰਗਟ ਹੈ। ਜਗ ਕਰਤੱਬਿਆ ਕਰੇ ਸ਼ੁਭ ਭਾਰੇ, ਸਾਰਾ ਜਗ ਹੀ ਜਾਣਦਾ ਹੈ ਕਿ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਵੱਡੇ ਭਾਰੀ ਕੌਤਕ ਹਨ। ਭਗਤ ਬਿਥਾਰ ਅਨਿਕ ਜਨ ਤਾਰੇ, ਭਗਤੀ ਦਾ ਵਿਸਥਾਰ ਕਰਦਿਆਂ ਨੇਕਾ ਜੀਵਾਂ ਦਾ ਭਲਾ ਕੀਤਾ ਤਾਰਿਆ ਹੈ। ਬਿੰਸਤ ਚਤੁਰ ਬਰਖ ਨਵ ਮਾਸ, ਇਸ ਤਰ੍ਹਾਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ 24 ਸਾਲ ਤੇ 9 ਮਹੀਨੇ ਇੱਕ ਦਿਨ ਉਪਰ ਸ੍ਰੀ ਸੁਖ ਰਾਸ, ਇੱਕ ਦਿਨ ਉੱਪਰ ਕਵੀ ਜੀ ਕਹਿੰਦੇ ਮੰਨਣਾ ਕਰੋ। ਗੁਰਤਾ ਲਹਿ ਸਰੀਰ ਕਉ ਧਾਰਾ, ਗੁਰਤਾ ਗੱਦੀ ਤੇ ਉੱਤੇ ਸਤਿਗੁਰੂ ਜੀ ਸਰੀਰ ਕਰਕੇ ਬਿਰਾਜਮਾਨ ਰਹੇ ਹਨ। ਪੁਨਹ ਚਾਹਿਓ ਸੱਚਖੰਡ ਸਿਧਾਰਾ, ਫਿਰ ਸਤਿਗੁਰੂ ਪਾਤਸ਼ਾਹ ਜੀ ਆਪਣੀ ਮੌਜ ਦੇ ਮਾਲਕ ਗਰੀਬ ਨਵਾਜ ਪਾਤਸ਼ਾਹ ਜੀਆਂ ਨੇ ਸੱਚਖੰਡ ਨੂੰ ਜਾਣਾ ਕੀਤਾ ਹੈ। ਦੋਹਰਾ ਖੋੜਸ 763 ਅਧਿਕ ਜੇਸ਼ਠ ਮਾਸ ਮਹਾਨ, ਇਸ ਤੋਂ ਅੱਗੇ ਕਵੀ ਜੀ ਕਹਿੰਦੇ 1663 ਸੰਮਤ ਨੂੰ ਤੇ ਜੇਠ ਦਾ ਮਹੀਨਾ ਸੀ, ਵੱਡੀ ਭਾਰੀ ਧੁੱਪ ਦੇਣ ਵਾਲਾ, ਜਿਹੜੀ ਬਹੁਤ ਜ਼ਿਆਦਾ ਤਪਸ਼ ਪੈਂਦੀ ਹੈ ਇਸ ਮਹੀਨੇ ਦੇ ਵਿੱਚ। ਸੋ 1663 ਸੰਮਤ ਅਤੇ ਜੇਠ ਦੇ ਮਹੀਨਾ ਸੀ ਉਸ ਵਕਤ ਜਦੋਂ ਗਰੀਬ ਨਵਾਜ ਪਾਤਸ਼ਾਹ ਜੀਆਂ ਨੇ ਸੱਚਖੰਡ ਜਾਣ ਨੂੰ ਤਿਆਰਿਆ ਕੀਤਾ ਹੈ। ਸੁਦੀ ਚੌਥ ਦਿਨ ਮਹਿ ਗੁਰੂ ਕੀਨ ਬੈਕੁੰਠ ਪਿਆਨ, ਅਤੇ ਗਰੀਬ ਨਵਾਜ ਪਾਤਸ਼ਾਹ ਜੀਆਂ ਨੇ ਜੇਠ ਸੁਦੀ ਚੌਥ ਨੂੰ ਆਪ ਪਾਤਸ਼ਾਹ ਗਰੀਬ ਨਵਾਜ ਮੌਜ ਦੇ ਮਾਲਕ ਸਤਿਗੁਰੂ ਸੱਚਖੰਡ ਜਾਣਾ ਕੀਤਾ ਸੀ। ਇਸ ਤਰ੍ਹਾਂ ਕਵੀ ਜੀਆਂ ਨੇ ਸਾਰੇ ਸਤਿਗੁਰਾਂ ਦਾ ਤਰਤੀਬਵਾਰ ਜਿਸ ਤਰ੍ਹਾਂ ਬੜੇ ਸੰਖੇਪ ਜਿਹੇ ਸ਼ਬਦਾਂ ਦੇ ਵਿੱਚ ਸੋ ਜਿਹੜੇ ਸਤਿਗੁਰਾਂ ਦੀ ਪ੍ਰਣਾਲੀ ਹੈ, ਸਤਿਗੁਰਾਂ ਦੇ ਜਿਹੜੇ ਗਾਂ ਸੰਤਾਨ ਹੈ, ਉਹਨਾਂ ਸਾਰਿਆਂ ਦਾ ਤਰਤੀਬਵਾਰ ਜ਼ਿਕਰ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਲੈ ਕਰਕੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਤੱਕ ਕਵੀ ਜੀਆਂ ਨੇ ਅੱਜ ਦੇ ਇਸ ਪ੍ਰਸੰਗ ਦੇ ਵਿੱਚ ਇਹ ਸਾਰਾ ਜ਼ਿਕਰ ਕੀਤਾ। ਇਸ ਤੋਂ ਅੱਗੇ ਜਿਵੇਂ ਭਾਈ ਰਾਮ ਕੌਰ ਜੀ ਕੱਲ੍ਹ ਨੂੰ ਇਹ ਸਾਰਾ ਅਗਲਾ ਪ੍ਰਸੰਗ ਦੱਸਣਗੇ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੋਂ ਆਰੰਭ ਕਰਕੇ ਸ਼ੁਰੂ ਕਰਕੇ ਉਹ ਆਪਾਂ ਕੱਲ੍ਹ ਦੇ ਦੀਵਾਨ ਅੰਦਰ ਸਰਵਣ ਕਰਾਂਗੇ। ਸਾਹਿਬ ਜੀਆਂ ਦੇ ਪਾਵਨ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਸਾਹਿਬਾਨ ਗੁਰੂ ਕੀ ਸੰਗਤ ਹੋ ਬਖਸ਼ਿੰਦ ਹੋ ਬਖਸ਼ ਲੈਣਾ ਜੀ। ਖੋੜਸ 763 ਅਧਿਕ ਜੇਸ਼ਠ ਮਾਸ ਮਹਾਨ, ਸੁਦੀ ਚੌਥ ਦਿਨ ਮਹਿ ਗੁਰੂ ਕੀਨ ਬੈਕੁੰਠ ਪਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।